ਸਿੱਧਾ ਨਾਲ ਸੁਮੇਰ ਪਰਬਤ ਤੋਂ ਵਿਚਾਰ ਕਰਨ ਤੋਂ ਬਾਅਦ ਕਸ਼ਮੀਰ ਦੇ ਵਿੱਚ ਪਹੁੰਚਦੇ ਨੇ। ਕਸ਼ਮੀਰ ਦੇ ਵਿੱਚ ਗੁਰਦੁਆਰਾ ਮੱਟਣ ਸਾਹਿਬ ਬਣਿਆ ਹੋਇਆ ਅੱਜ ਵੀ ਉਸ ਅਸਥਾਨ ਦੇ ਸੁਭਾਗੇ ਸਰੀਰਾਂ ਨੂੰ ਦਰਸ਼ਨ ਹੁੰਦੇ ਨੇ। ਤੇ ਇੱਥੇ ਇੱਕ ਪੰਡਤ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਦੂਜੀ ਉਦਾਸੀ ਦੀ ਵਾਪਸੀ ਫੇਰੀ ਤੇ ਵਿਚਾਰ ਹੁੰਦੀ ਆ। ਇਹ ਪੰਡਤ ਕੌਣ ਸੀ ਤੇ ਇਹਦੇ ਨਾਲ ਵਿਚਾਰ ਗੁਰੂ ਸਾਹਿਬ ਨੇ ਕਿਉਂ ਕੀਤੀ? ਇਸ ਪੰਡਤ ਦਾ ਨਾਮ ਹੈ ਬ੍ਰਹਮਦਾਸ। ਤੇ ਜੋ ਇਹ ਬ੍ਰਹਮਦਾਸ ਪੰਡਤ ਹੈ, ਇਹ ਬਹੁਤ ਵੱਡਾ ਕਸ਼ਮੀਰ ਦਾ ਮੰਨਿਆ ਪਰਮੰਨਿਆ ਵਿਦਵਾਨ ਆ, ਬਹੁਤ ਵੱਡਾ ਸਕਾਲਰ ਆ। ਇਹਦੇ ਪੜ੍ਹਾਏ ਹੋਏ ਵਿਦਿਆਰਥੀ ਬਨਾਰਸ ਦੇ ਵਿੱਚ ਨੇ। ਬਨਾਰਸ ਦੇ ਵਿੱਚ ਲੋਕਾਂ ਨੂੰ ਪੜ੍ਹਾਉਂਦੇ ਨੇ, ਸਿਖਾਉਂਦੇ ਨੇ, ਕੁਝ ਸਮਝਾਉਂਦੇ ਨੇ। ਖੁਦ ਹੀ ਅੰਦਾਜ਼ਾ ਲਾਓ, ਜਿਹੜਾ ਵਿਅਕਤੀ ਇੰਨਾ ਵਿਦਵਾਨ ਹੋਵੇ ਤੇ ਉਸ ਦੇ ਨਾਲ ਵਿਚਾਰ ਕਰਨੀ ਆਪਣੇ ਜੀਵਨ ਦੇ ਵਿੱਚ ਔਖੀ ਗੱਲ ਆ ਜਾਂ ਸੌਖੀ ਆ? ਜਦੋਂ ਅਸੀਂ ਆਪਣੇ ਆਪ ਨੂੰ ਪੁੱਛਾਂਗੇ ਤਾਂ ਔਖੀ ਮੰਨਾਂਗੇ, ਕਿਉਂਕਿ ਅੱਜ ਸਾਡਾ ਵਿਚਾਰ ਵਾਲੇ ਪਾਸੇ ਤੋਂ ਜਿਹੜਾ ਸੁਭਾਗ ਆ ਉਹ ਪਿੱਛੇ ਮੁੜ ਚੁੱਕਿਆ, ਆਦਤ ਪਿਛਾਂਹ ਹੋ ਚੁੱਕੀ ਆ। ਤੇ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮੁਲਾਕਾਤ ਕਰੀਏ, ਉਹਨਾਂ ਨੂੰ ਪੁੱਛੀਏ, ਤੇ ਪਾਤਸ਼ਾਹ ਨੇ ਤਾਂ ਆਪਣੇ ਜੀਵਨ ਦਾ ਏਜੰਡਾ ਹੀ ਇਹ ਧਾਰਨ ਕੀਤਾ ਨਾ, ਵਿਚਾਰ, ਗੋਸ਼ਟੀ, ਚਰਚਾ ਕਰਨ ਦੇ ਨਾਲ ਮਸਲਾ ਹੱਲ ਹੁੰਦਾ, ਵਿਚਾਰ ਕਰਨ ਦੇ ਨਾਲ ਮਸਲਾ ਹੱਲ ਹੁੰਦਾ। ਆਮ ਇੱਕ ਕਹਾਵਤ ਆ ਨਾ, ਕਰੋਗੇ ਗੱਲ ਮਿਲੇਗਾ ਹੱਲ। ਜੇ ਆਪਾਂ ਗੱਲ ਕਰਾਂਗੇ ਤਾਂ ਹੱਲ ਜ਼ਰੂਰ ਹੋਵੇਗਾ, ਜੇ ਗੱਲ ਹੀ ਨਹੀਂ ਕਰਾਂਗੇ ਤਾਂ ਹੱਲ ਵੀ ਨਹੀਂ ਹੋਵੇਗਾ। ਤੇ ਜਿਹੜਾ ਬ੍ਰਹਮਦਾਸ ਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਹਨੂੰ ਮਿਲਦੇ ਨੇ। ਤੇ ਇੱਕ ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਵੀ ਪੜ੍ਹਦੇ ਹਾਂ, ਆਸਾ ਕੀ ਵਾਰ ਦੇ ਵਿੱਚ, ਪੜ ਪੜ ਗੱਡੇ ਲੱਦੀ ਐ, ਪੜ ਪੜ ਭਰੀਐ ਸਾਥ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਮਾਸ। ਜਿੱਥੇ ਜ਼ਿਕਰ ਕੀਤਾ ਪਾਤਸ਼ਾਹ ਨੇ ਪੜ ਪੜ ਗੱਡੇ ਲੱਦੀ ਐ, ਇਹ ਉਹ ਵਿਅਕਤੀ ਆ ਜਿਹੜਾ ਇੰਨਾ ਕੁ ਵਿਦਵਾਨ ਆ, ਇਹਦੇ ਘਰ ਦੇ ਵਿੱਚ ਕਿਤਾਬਾਂ ਦੇ ਢੇਰ ਲੱਗੇ ਹੋਏ ਨੇ। ਐਡਾ ਵਿਦਵਾਨ ਆ, ਕਮਰੇ ਭਰੇ ਹੋਏ ਨੇ, ਗੱਡੇ ਭਰੇ ਹੋਏ ਨੇ। ਹੁਣ ਪਾਤਸ਼ਾਹ ਜੀ ਕਹਿੰਦੇ, ਫਿਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਕੁ ਗ੍ਰੰਥਾਂ ਦੀ ਵਿਚਾਰ ਕੀਤੀ ਹੋਵੇ, ਅਧਿਐਨ ਕੀਤਾ ਹੋਵੇ, ਸਟੱਡੀ ਕੀਤੀ ਹੋਵੇ, ਉਹਨੂੰ ਆਪਾਂ ਭਾਈ ਕਿਵੇਂ ਭਲਾ ਛੋਟਾ ਕਹਿ ਸਕਦੇ ਹਾਂ? ਪੜ ਪੜ ਗੱਡੇ ਲੱਦੀ ਐ, ਪੜ ਪੜ ਭਰੀਐ ਸਾਥ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਮਾਸ, ਪੜੀਐ ਜੇਤੇ ਵਰਸ ਵਰਸ, ਪੜੀਐ ਜੇਤੇ ਸਾਸ। ਪਰ ਗੁਰੂ ਨਾਨਕ ਸਾਹਿਬ ਦਾ ਪਾਵਨ ਉਚਾਰਨ ਕੀਤਾ ਹੋਏ ਸ਼ਬਦ ਸਾਨੂੰ ਕੁਝ ਸਮਝਾ ਰਿਹਾ, ਤੇ ਉਹ ਵਿਦਵਾਨ ਨੂੰ ਵੀ ਕੁਝ ਸਮਝਾ ਰਿਹਾ ਗਾ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਅਸਲ ਦੇ ਵਿੱਚ ਤਾਂ ਲੇਖੇ 'ਚ ਇੱਕ ਗੱਲ ਹੀ ਪੈਣੀ ਆ, ਸ਼ੁਭ ਗੁਣ। ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਤੇ ਹਉਮੈ ਤੋਂ, ਮੈਂ ਮੇਰੀ ਤੋਂ ਰਹਿਤ ਹੋ ਕੇ
ਨਿਮਰਤਾ ਦੇ ਅਧੀਨ ਆਪਣੇ ਜੀਵਨ ਨੂੰ ਬਸਰ ਕਰਨਾ। ਹਰ ਇੱਕ ਨਾਲ ਪਿਆਰ, ਹਰ ਇੱਕ ਨੂੰ ਸਤਿਕਾਰ। ਹੁਣ ਗੁਰੂ ਸਾਹਿਬ ਜੀ ਇਸ ਪੰਡਤ ਦੇ ਨਾਲ ਚਰਚਾ ਕਰਨ ਦੇ ਲਈ ਪਹੁੰਚਦੇ ਨੇ। ਇੱਕ ਗੱਲ ਇੱਥੇ ਹੋਰ ਧਿਆਨ ਵਿੱਚ ਰੱਖਿਓ ਵੀ ਗੁਰੂ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਣਗਿਣਤ ਜੀਵਾਂ ਦੇ ਨਾਲ, ਮਨੁੱਖਤਾ ਦੇ ਨਾਲ ਆਪਣੀਆਂ ਮੁਲਾਕਾਤਾਂ ਕੀਤੀਆਂ। ਕਿਸੇ ਕੋਲੇ ਪਾਤਸ਼ਾਹ ਨੇ 1 ਘੰਟਾ, ਕਿਸੇ ਕੋਲੇ 2 ਘੰਟੇ, ਕਿਸੇ ਕੋਲੇ 4 ਘੰਟੇ, ਕਿਸੇ ਕੋਲੇ 10 ਘੰਟੇ, ਕਿਸੇ ਕੋਲੇ ਮੰਨ ਲਓ 24 ਘੰਟੇ ਗੁਜ਼ਾਰੇ। ਆਪਾਂ ਸੁਣ ਕੇ ਆਏ ਨਾ, ਗੁਰੂ ਪਾਤਸ਼ਾਹ ਜੀ ਜੋਗੀਆਂ ਦੇ ਨਾਲ ਚਰਚਾ ਕਰਦੇ ਨੇ ਨਾਨਕ ਮੱਤੇ ਦੀ ਧਰਤੀ ਤੇ। ਕਿੰਨਾ ਕੁ ਟਾਈਮ ਆ? ਬਹੁਤਾ ਟਾਈਮ ਨਹੀਂ, ਥੋੜਾ ਟਾਈਮ ਹੀ ਹੈ, ਘੰਟਾ ਵਧੀ ਆ। ਗੁਰੂ ਪਾਤਸ਼ਾਹ ਜੀ ਵੈਸ਼ਨੂ ਮੰਦਿਰ ਦੇ ਵਿੱਚ ਚਰਚਾ ਕਰਦੇ ਨੇ ਥੋੜਾ ਟਾਈਮ। ਅਮਰਨਾਥ ਮੰਦਿਰ ਦੇ ਵਿੱਚ ਵਿਚਾਰ ਕਰਦੇ ਨੇ ਥੋੜਾ ਟਾਈਮ। ਥੋੜੇ ਟਾਈਮ ਦੇ ਵਿੱਚ ਹੀ ਬਖਸ਼ਿਸ਼ ਹੋ ਗਈ। ਗੁਰੂ ਪਾਤਸ਼ਾਹ ਜੀ ਸੁਮੇਰ ਪਰਬਤ ਤੇ ਵਿਚਾਰ ਕਰਦੇ ਆ ਸਿੱਧਾਂ ਨਾਲ। ਤੇ ਪਰ ਚੇਤਾ ਰੱਖਿਓ, ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਿਚਾਰ ਕੋਈ 1 ਘੰਟੇ ਦੀ ਨਹੀਂ ਕੀਤੀ, ਕੋਈ 4 ਘੰਟਿਆਂ ਦੀ ਨਹੀਂ ਕੀਤੀ, ਕੋਈ 24 ਘੰਟਿਆਂ ਦੀ ਨਹੀਂ ਕੀਤੀ। ਇਤਿਹਾਸਕਾਰ ਲਿਖਦੇ ਨੇ ਬ੍ਰਹਮਦਾਸ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਵਿਚਾਰ ਜਿਹੜੀ ਕੀਤੀ ਆ ਨਾ, ਤੇ ਇਹ ਵਿਚਾਰ 13 ਦਿਨ ਹੋਈ ਆ। 13 ਦਿਨ ਚਰਚਾ ਹੋਈ ਆ। ਤੇ ਸਿਆਣਿਆਂ ਦੇ ਬੋਲ ਨੇ, ਆਮ ਸਧਾਰਨ ਬੰਦੇ ਨੂੰ ਸਮਝਾਉਣਾ ਹੋਵੇ ਬਹੁਤਾ ਸਮਾਂ ਬਰਬਾਦ ਨਹੀਂ ਹੁੰਦਾ। ਆਮ ਨੂੰ ਸਮਝਾਉਣਾ ਹੋਵੇ, ਪਰ ਕਿਸੇ ਜਾਣਕਾਰ ਨੂੰ, ਪੜ੍ਹੇ ਲਿਖੇ ਨੂੰ, ਚਲਾਕ ਨੂੰ ਸਮਝਾਉਣਾ ਹੋਵੇ ਤਾਂ ਬਹੁਤ ਵਕਤ ਖਰਾਬ ਹੁੰਦਾ। ਜਿਹੜਾ ਕੋਈ ਆਮ ਆ ਨਾ, ਉਹ ਛੇਤੀ ਸਿੱਧੇ ਰਾਹੇ ਪੈ ਜਾਂਦਾ। ਜਿਹਦੇ ਅੰਦਰ ਹਉਮੈ ਹੋਵੇ, ਮੇਰੇ ਵਰਗਾ ਕੋਈ ਹੈ ਹੀ ਨਹੀਂ, ਪਰ ਚੇਤਾ ਰੱਖਿਓ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਆ। ਤੇ ਇਹ ਸੇਵਾ ਤਾਂ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਈ ਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ 13 ਦਿਨ ਚਰਚਾ ਕੀਤੀ ਆ ਬ੍ਰਹਮਦਾਸ ਦੇ ਨਾਲ। ਇਹ ਬ੍ਰਹਮਦਾਸ ਕੌਣ ਹੈ? ਥੋੜਾ ਜਿਹਾ ਆਪਾਂ ਪਿਛੋਕੜ ਧਿਆਨ ਵਿੱਚ ਲਿਆਈਏ ਤਾਂ ਜੋ ਸਾਡੇ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਪਿਆਰ ਪੈਦਾ ਹੋ ਜਾਵੇ। ਅੱਜ ਸਾਡਾ ਜੀਵਨ ਕੈਸਾ, ਤੇ ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮੁਲਾਕਾਤ ਕੀਤੀ, ਵਿਚਾਰ ਕੀਤੀ, ਉਹਨਾਂ ਦੇ ਪਰਿਵਾਰਾਂ ਦਾ ਜੀਵਨ ਕੈਸਾ ਸੀ। ਹੁਣ ਥੋੜਾ ਜਿਹਾ ਇੱਥੇ ਧਿਆਨ ਦਿਓ ਖਾਸ ਤੌਰ ਤੇ। ਇਹ ਬ੍ਰਹਮਦਾਸ ਉਹ ਆ ਜਿਹਦੇ ਪਰਿਵਾਰ ਵਿੱਚੋਂ ਬਾਅਦ ਵਿੱਚ ਭਾਈ ਕਿਰਪਾ ਰਾਮ ਜੀ ਤੇ ਬਾਅਦ ਵਿੱਚ ਦਸ਼ਮੇਸ਼ ਪਿਤਾ ਤੋਂ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣ ਕੇ ਜਿੱਥੇ 40 ਮੁਕਤਿਆਂ ਦੀ ਚਮਕੌਰ ਸਾਹਿਬ ਦੀ ਧਰਤੀ ਤੇ ਗੱਲ ਹੁੰਦੀ ਆ, ਉਹਨਾਂ 40 ਮੁਕਤਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਗਿਆ। ਇਹਨਾਂ ਦੀ ਥੋੜੀ ਜੀ ਬੰਸਾਵਲੀ ਕੈਸੀ ਆ? ਭਾਈ ਬ੍ਰਹਮਦਾਸ, ਇਹਦਾ ਪੋਤਾ ਠਾਕੁਰਦਾਸ, ਠਾਕੁਰਦਾਸ ਦਾ ਪੋਤਾ ਨਰਾਇਣ ਦਾਸ, ਨਰਾਇਣ ਦਾਸ ਦਾ ਪੋਤਾ ਭਾਈ ਅੜੂ ਜੀ, ਤੇ ਭਾਈ ਆੜੂ ਜੀ ਦਾ ਪੋਤਾ ਕਿਰਪਾ ਰਾਮ। ਤੇ ਕਿਰਪਾ ਰਾਮ ਦਾ ਜ਼ਿਕਰ ਆਪਾਂ ਕਿਵੇਂ ਸੁਣਦੇ ਹੁੰਦੇ ਆ? ਕਸ਼ਮੀਰੀ ਪੰਡਤ। ਤੇ ਹੁਣ ਗੁਰੂ ਨਾਨਕ ਸਾਹਿਬ ਕਿੱਥੇ ਬੈਠੇ ਨੇ? ਕਸ਼ਮੀਰ ਦੇ ਵਿੱਚ। ਜਾਨੀ ਕਿ ਜਿਹੜੇ ਕਿਰਪਾ ਰਾਮ ਜੀ ਆ ਨਾ, ਉਹ ਭਾਈ ਬ੍ਰਹਮਦਾਸ ਦੇ ਪਰਿਵਾਰ ਚੋਂ ਨੇ। ਇਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਬ੍ਰਹਮਦਾਸ ਮਿਲ ਪਿਆ ਨਾ, ਫਿਰ ਖੂਨ 'ਚ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਛੁਪ ਗਿਆ। ਇਉਂ ਕਹਿ ਲਓ, ਗੁਰੂ ਨਾਨਕ ਸਾਹਿਬ ਦੀ ਸਿੱਖੀ ਖੂਨ 'ਚ ਮਿਲ ਗਈ। ਤੇ ਅੱਜ ਆਪਾਂ ਅੰਦਾਜ਼ਾ ਲਾ ਕੇ ਵੇਖੋ, ਪਿਓ ਜਥੇਦਾਰ ਹੁੰਦਾ, ਪੁੱਤ ਕੋਨਾ ਮੋਨਾ ਹੁੰਦਾ। ਇਵੇਂ ਹੈ ਨਾ, ਗੱਲ ਸੱਚੀ ਆ, ਝੂਠੀ ਨਹੀਂ ਹੈ। ਕਿਸੇ ਨੇ ਵਿਅੰਗ ਦੇ ਵਿੱਚ ਵੀ ਕਿਹਾ, ਅੱਜ ਦੀ ਸਿੱਖੀ ਨਮੂਨੇਦਾਰ, ਪੁੱਤ ਰੋਡਾ, ਪਿਓ ਜਥੇਦਾਰ।
ਪਿਓ ਕਹਿੰਦਾ ਮੈਂ ਜਥੇਦਾਰ ਆਂਗਾ ਤੇ ਪੁੱਤ ਰੋਡਾ, ਜਾਂ ਹੋਰ ਇੱਧਰ ਉੱਧਰ ਦੇ ਹਾਲਾਤ ਆਪਾਂ ਨਿਗਾਹ ਮਾਰ ਕੇ ਵੇਖ ਸਕਦੇ ਹਾਂ। ਪਰ ਕਹਿਣਾ ਬਣਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਤਾਈਓ ਤੈਨੂੰ ਪੰਜਵੇਂ ਪਾਤਸ਼ਾਹ ਨੇ ਕਿਹਾ, ਭੱਟ ਸਾਹਿਬਾਨਾਂ ਨੇ ਕਿਹਾ, ਭਾਈ ਗੁਰਦਾਸ ਜੀ ਨੇ ਕਿਹਾ ਵੀ ਵਾਕਈ ਤੂੰ ਵੱਡਾਂਗਾ। ਜਿੱਥੇ ਇੱਕ ਵਾਰੀ ਕਿਸੇ ਨਾਲ ਮਿਲ ਪਿਆ ਨਾ ਤੇ ਦੁਬਾਰਾ ਉਹਦੇ ਘਰ ਚੋਂ ਸਿੱਖੀ ਨਹੀਂ ਖਤਮ ਹੋਈ, ਇਹ ਤੇਰੀ ਬਖਸ਼ਿਸ਼ ਆ। ਤੇ ਉਹਨਾਂ ਵਕਤਾਂ ਦੇ ਵਿੱਚ ਸਿੱਖੀ ਕੋਈ ਪਹਿਰਾਵੇ ਦੀ ਨਹੀਂ, ਉਹਨਾਂ ਵਕਤਾਂ ਵਿੱਚ ਸਿੱਖੀ ਖੂਨ ਦੇ ਵਿੱਚ ਆ। ਜੇ ਖੂਨ ਚ ਆ ਨਾ, ਤਾਈਓ ਠਾਕੁਰ ਦਾਸ ਵੀ ਸਿੱਖ, ਨਰੈਣ ਦਾਸ ਵੀ ਸਿੱਖ, ਅੜੂ ਜੀ ਵੀ ਸਿੱਖ, ਭਾਈ ਕਿਰਪਾ ਰਾਮ ਜੀ ਵੀ ਸਿੱਖ। ਸਿੱਖ ਤੋਂ ਬਾਅਦ ਖਾਲਸਾ ਵੀ ਬਣ ਗਿਆ। ਸਿੱਖ ਤੋਂ ਭਾਵ ਸਿੱਖਣ ਵਾਲਾ, ਤੇ ਖਾਲਸੇ ਤੋਂ ਭਾਵ ਨਰਾਲਾ, ਸਿਧਾਂਤਕ ਤਲ ਤੇ ਜ਼ਿੰਦਗੀ ਜਿਉਣ ਵਾਲਾ। ਆ ਬ੍ਰਹਮਦਾਸ ਦੇ ਪਰਿਵਾਰ ਵਿੱਚ ਬਖਸ਼ਿਸ਼ ਹੁੰਦੀ ਆ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬ੍ਰਹਮਦਾਸ ਦੇ ਨਾਲ ਵਿਚਾਰ ਕੀਤੀ, ਚਰਚਾ ਕੀਤੀ, ਨਾ ਮੰਨਿਆ। 1 ਦਿਨ ਦੀ ਚਰਚਾ, 2 ਦਿਨ ਦੀ ਚਰਚਾ, 3 ਦਿਨ ਦੀ ਚਰਚਾ, 4 ਦਿਨ ਦੀ, 5 ਦਿਨ ਦੀ, ਆਖਰਕਾਰ 13 ਦਿਨ ਲਗਭਗ ਬਤੀਤ ਹੋ ਗਏ। ਰੋਜ਼ਾਨਾ ਦੀ ਗੁਰੂ ਨਾਨਕ ਸਾਹਿਬ ਚਰਚਾ ਕਰਦੇ ਨੇ, ਵਿਚਾਰ ਕਰਦੇ ਆ। ਰੋਜ਼ ਉਹਦੇ ਜੀਵਨ ਵਿੱਚੋਂ ਹਉਮੈ ਵਾਲਾ ਇੱਕ ਔਗਣ ਕੱਢ ਦਿੰਦੇ ਨੇ। ਰੋਜ਼ 13 ਦਿਨਾਂ ਦੇ ਵਿੱਚ ਜਿੰਨੇ ਔਗਣ ਸੀ ਸਾਰੇ ਕੱਢਤੇ। 13ਵੇਂ ਦਿਨ ਜਦੋਂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਆ ਨਾ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਖ। ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਹੈ ਨਾ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੇ ਸੱਚ ਜਾਣੋ ਪਿਆਰ ਵਾਲਿਓ, ਇਹ ਬ੍ਰਹਮਦਾਸ ਨੇ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਵਿੱਚ ਆਪਣਾ ਸਿਰ ਧਰਤਾ ਸੀ। ਗੁਰੂ ਨਾਨਕ ਸਾਹਿਬ ਦੇ ਨਾ ਪੈਰਾਂ 'ਚ, ਚਰਨਾਂ ਦੇ ਵਿੱਚ ਆਪਣਾ ਸੀਸ ਧਰ ਦਿੱਤਾ। ਤੇ ਕੀ ਕਿਹਾ, ਜਿਸ ਕਾ ਤਨ ਮਨ ਧਨ ਸਭ, ਤਿਸ ਕਾ ਸੋਈ ਸੁਗੜ ਸੁਜਾਨੀ। ਬੇਸ਼ੱਕ ਪੰਜਵੇਂ ਪਾਤਸ਼ਾਹ ਦਾ ਮੁੱਖ ਵਾਕ ਆ, ਪਰ ਚੇਤਾ ਰੱਖਿਓ ਇੱਥੇ ਕਹਿਣਾ ਬਣਦਾ ਵੀ ਉਹਦੀ ਭਾਵਨਾ ਆ ਬਣ ਗਈ, ਜੋ ਕਿਛ ਹੈ ਸੋ ਤੇਰਾ ਵਾਲੀ ਭਾਵਨਾ ਬਣ ਗਈ। ਮੇਰਾ ਮੁਝਮੈ ਕਿਛ ਨਹੀਂ, ਆ ਭਾਵਨਾ ਬਣ ਗਈ। ਕਾਸ਼ ਕਦੇ ਸਾਡੀ ਵੀ ਇਹ ਭਾਵਨਾ ਬਣ ਜਾਵੇ, ਤੇ ਗੁਰੂ ਜ਼ਰੂਰ ਬਖਸ਼ਿਸ਼ ਕਰੇਗਾ, ਜ਼ਰੂਰ ਗੁਰੂ ਜ਼ਰੂਰ ਖੁਸ਼ ਹੋਵੇਗਾ, ਗੁਰੂ ਜ਼ਰੂਰ ਸਾਡੇ ਤੇ ਤਰੁੱਠੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਸ਼ਮੀਰ ਤੋਂ ਚੱਲ ਤੇ ਫਿਰ ਆਪਾਂ ਨੂੰ ਪਤਾ ਇਹ 1 ਸਾਲ ਦੀ ਦੂਜੀ ਪ੍ਰਚਾਰਕ ਫੇਰੀ ਆ। ਫੇਰੀ ਤੋਂ ਭਾਵ ਦੌਰਾ, ਪ੍ਰਚਾਰਕ ਗੇੜਾ 1 ਸਾਲ ਦਾ। ਤੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਗਏ। ਇਹ ਪ੍ਰਚਾਰਕ ਦੌਰਾ ਸੰਪੂਰਨ ਕਰਕੇ ਨਾ ਕਰਤਾਰਪੁਰ ਸਾਹਿਬ ਵਿਖੇ ਪਹੁੰਚ, ਕਿਉਂਕਿ ਪਹਿਲੇ ਗੇੜੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਸ਼ਹਿਰ ਵਿਛਾਤਾ ਸੀਗਾ, ਤੇ ਇੱਥੇ ਕਿੰਨੇ ਪਰਿਵਾਰ ਆ ਕੇ ਰਹਿਣ ਲੱਗ ਗਏ ਸੀ। ਤੇ ਗੁਰੂ ਸਾਹਿਬ ਨੇ 5 ਸਿੱਖਾਂ ਦੀ ਡਿਊਟੀ ਵੀ ਲਾਈ ਸੀ, ਤੇ ਜੋ ਡਿਊਟੀ ਦੇ ਦੌਰਾਨ ਉਹਨਾਂ ਦਾ ਕੰਮ ਕੀ ਸੀ, ਲਿਖਤ ਪੜ੍ਹਤ ਦਾ। ਭਾਈ ਨੇਹੋ ਸੱਦੋ ਭਗੀਰਥ, ਵਾਹਿਗੁਰੂ ਮਨ ਸੁਖ, ਇਹਨਾਂ ਗੁਰੂ ਦੇ ਪਿਆਰਿਆਂ ਦੀ ਨਾ ਡਿਊਟੀ ਵੀ ਲਾਈ। ਭਾਈ ਸਿੰਘੇ ਵਰਗਿਆਂ ਦੀ ਡਿਊਟੀ ਲਾਈ ਆ ਵੀ ਤੁਸੀਂ ਜੋ ਗੁਰਬਾਣੀ ਬਾਹਰੋਂ ਮੈਂ ਲੈ ਕੇ ਆਵਾਂਗਾ, ਇਹਨੂੰ ਇੱਕ ਥਾਂ ਤੇ ਲਿਖੀ ਚੱਲੋ, ਇਕੱਤਰ ਕਰੀ ਚੱਲੋ, ਤੇ ਇਹਦਾ ਅਭਿਆਸ ਕਰੀ ਚੱਲੋ, ਤੇ ਨਾਲ ਨਾਲ ਇਸੇ ਬਾਣੀ ਨੂੰ ਅੱਗੇ ਜੋ ਨਵੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਪ੍ਰਚਾਰੀ ਚੱਲੋ। ਇਉਂ ਕਹਿ ਲਓ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਦੌਰਾਨ ਕਈ ਸਿੱਖਾਂ ਦੀ ਕਰਤਾਰਪੁਰ ਸਾਹਿਬ ਦੇ ਵਿੱਚ ਡਿਊਟੀ ਲਾਤੀ ਸੀ ਪ੍ਰਚਾਰ ਦੀ। ਗੁਰੂ ਸਾਹਿਬ ਆਏ ਤੇ ਜੋ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਹੱਥ ਦੇ ਵਿੱਚ ਪੋਥੀ ਆ, ਉਹ ਪੋਥੀ ਦਾ ਫਿਰ ਇੱਥੇ ਉਤਾਰਾ ਕੀਤਾ ਗਿਆ। ਕੁਛ ਟਾਈਮ ਗੁਰੂ ਸਾਹਿਬ ਜੀ ਇੱਥੇ ਵਿਰਾਜਦੇ ਨੇ, ਤੇ ਉਸ ਟਾਈਮ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਦੁਬਾਰਾ ਤੀਸਰੀ ਪ੍ਰਚਾਰਕ ਫੇਰੀ ਵੱਲ ਵੱਧਦੇ ਨੇ। ਹੁਣ ਜਿਹੜਾ ਤੀਜਾ ਪ੍ਰਚਾਰਕ ਦੌਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਉਹ ਮੁਸਲਮਾਨ ਭਰਾਵਾਂ ਦੇ, ਜਾਣੀ ਕਿ ਇਸਲਾਮੀ ਮਤ ਦੇ ਧਾਰਨੀ ਲੋਕਾਂ ਦੇ ਧਾਰਮਿਕ ਅਸਥਾਨਾਂ ਵੱਲ ਆ।
ਜੋ ਆਪਾਂ ਪਹਿਲਾਂ ਬਚਨ ਸੁਣਿਆ ਸੀ ਨਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਯੋਗੀਆਂ ਕੰਨੀ ਵੀ ਹੋ ਗਈ ਸਿੱਧਾਂ ਕੰਨੀ, ਤੇ ਹਿੰਦੂ ਭਰਾਵਾਂ ਦੇ ਤੀਰਥਾਂ ਵੱਲ ਵੀ ਯਾਤਰਾ ਹੋਈ ਆ। ਤੇ ਹੁਣ ਇਸਲਾਮੀ ਮਤ ਦੇ ਧਾਰਨੀ ਲੋਕਾਂ ਵੱਲ ਆਪਣਾ ਗੁਰੂ ਪਾਤਸ਼ਾਹ ਜੀ ਪ੍ਰਚਾਰਕ ਦੌਰਾ ਸ਼ੁਰੂ ਕਰਦੇ ਨੇ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ ਹੈਗਾ, ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ। ਤੇ ਗੁਰੂ ਸਾਹਿਬ ਨੇ ਫਿਰ ਜੋ ਨੀਲੇ ਵਸਤਰ ਨੇ, ਯਾਨੀ ਕਿ ਨੀਲੇ ਰੰਗ ਦੇ, ਉਸ ਟਾਈਮ ਤੇ ਇਹ ਇਸਲਾਮ ਮਤ ਦੇ ਧਾਰਨੀ ਲੋਕਾਂ ਦੇ ਪਹਿਨੇ ਸਨ, ਤੇ ਉਦਾਂ ਦਾ ਪਹਿਰਾਵਾ ਪਾਤਸ਼ਾਹ ਨੇ ਆਪਣੇ ਤਨ ਤੇ ਪਹਿਨਿਆ। ਕਿਉਂਕਿ ਕਿਸੇ ਦੇ ਘਰੇ ਜਾਣਾ, ਵਿਚਾਰ ਚਰਚਾ ਕਰਨੀ ਆ, ਉਹਨਾਂ ਵਰਗਾ ਲਿਬਾਸ ਤਾਂ ਬਣਾਉਣਾ ਪਊਗਾ। ਆਮ ਹੀ ਕਹਾਵਤ ਤਾਂ, ਨਹੀਂ ਰੋਣਾ ਰੋਂਦਿਆਂ ਵਰਗਾ ਮੂੰਹ ਤਾਂ ਭਾਈ ਕਰ ਲੈਣਾ ਚਾਹੀਦਾ। ਹਾਂ, ਬਾਅਦ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਆ। ਇੱਥੇ ਮਤਲਬ ਗੁਰੂ ਪਾਤਸ਼ਾਹ ਦਾ ਕੋਈ ਰੰਗ ਨੂੰ ਮਾਨਤਾ ਦੇਣਾ ਨਹੀਂ, ਇੱਥੇ ਮਤਲਬ ਇਹ ਆ ਵੀ ਉਹਨਾਂ ਵਰਗਾ ਲਿਬਾਸ ਧਾਰਨ ਕੀਤਾ। ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ, ਆਛਾ ਹੱਥ ਕਿਤਾਬ ਕੱਛ। ਇਹ ਤਾਂ ਨਾਲ ਹੈ ਹੀ ਹੈ ਨਾ ਪਾਤਸ਼ਾਹ ਦੇ, ਆਛਾ ਹੱਥ ਕਿਤਾਬ ਕੱਛ। ਹੁਣ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਡੰਡਾ ਤੇ ਕੱਛ ਵਿੱਚ ਕਿਤਾਬ। ਸਤਿਗੁਰੂ ਪਾਤਸ਼ਾਹ ਜੀ ਫਿਰ ਜਾਂਦੇ ਕਿੱਥੇ ਨੇ? ਕੂੰਜਾ ਵਾਂਗ ਮੁਸੱਲਾ ਧਾਰੀ। ਤੇ ਗੁਰਦੇਵ ਪਾਤਸ਼ਾਹ ਜੀ ਨਾ, ਆਪਾਂ ਨੂੰ ਪਤਾ, ਮੱਕੇ ਦੀ ਧਰਤੀ ਤੇ ਪਹੁੰਚਦੇ ਨੇ, ਜੋ ਅਰਬ ਕੰਟਰੀ ਦੇ ਵਿੱਚ ਹੈ। ਥੋੜਾ ਜਿਹਾ ਇਸ ਗੱਲ ਨੂੰ ਆਪਾਂ ਸੌਖਾ ਕਰ ਲਈਏ। ਆਮ ਤੌਰ ਤੇ ਆਪਾਂ ਇੱਕ ਲਫ਼ਜ਼ ਬੋਲਦੇ ਆਂ, ਗੱਲ ਬੋਲਦੇ ਆਂ, ਮੱਕਾ ਜਾਂ ਮੱਕੇ ਦਾ ਹੱਜ। ਤੇ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਥੋੜਾ ਜਿਹਾ ਸੌਖਾ ਕਿਵੇਂ ਕਰਨਾ ਸਿਖਾਇਆ ਸਾਨੂੰ। ਇਸ ਗੱਲ ਨੂੰ ਸੌਖਾ ਇਉਂ ਕੀਤਾ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਸ ਧਰਤੀ ਤੇ ਜੋ ਕਿ ਮੁਹੰਮਦ ਆਦਮ ਵੱਲੋਂ ਬਣਾਇਆ ਹੋਇਆ ਧਾਰਮਿਕ ਅਸਥਾਨ, ਮੁਹੰਮਦ ਆਦਮ ਵੱਲੋਂ, ਤੇ ਫਿਰ ਇਹ ਜਿਹੜਾ ਮੱਕੇ ਦਾ ਸਥਾਨ ਹੈਗਾ ਇਹ ਢਹਿ ਗਿਆ। ਫਿਰ ਉਸ ਤੋਂ ਬਾਅਦ ਮੁਹੰਮਦ ਨੂਹ ਨੇ ਤਿਆਰ ਕਰਵਾਇਆ। ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇਗੇ ਮੱਕੇ ਦੇ ਹੱਜ ਤੇ, ਜਾਂ ਮੱਕੇ ਦੀ ਯਾਤਰਾ ਕਹਿ ਲਓ, ਮੱਕੇ ਵੱਲ ਪਾਤਸ਼ਾਹ ਜੀ ਗਏ ਨੇ ਜਿੱਥੇ, ਉਹਦੀ ਥੋੜੀ ਜਿਹੀ ਆਪਾਂ ਡਿਟੇਲ ਲੈ ਰਹੇ ਹਾਂ। ਮੁਹੰਮਦ ਆਦਮ ਨੇ ਤਿਆਰ ਕਰਵਾਇਆ, ਫਿਰ ਢਹਿ ਗਿਆ। ਫਿਰ ਉਸ ਤੋਂ ਬਾਅਦ ਮੁਹੰਮਦ ਨੂਹ ਨੇ ਤਿਆਰ ਕਰਵਾਇਆ। ਤੇ ਕਈ ਵਾਰ ਮਤਲਬ ਕਿ ਝੱਖੜ ਆਏ, ਕੋਈ ਤੂਫਾਨ ਆਏ, ਤੇ ਫਿਰ ਇਹ ਇਮਾਰਤ ਜਿਹੜੀ ਹੈ ਪਵਿੱਤਰ ਇਮਾਰਤ ਉਹ ਢਹਿ ਗਈ। ਫਿਰ ਉਸ ਤੋਂ ਬਾਅਦ ਮੁਹੰਮਦ ਇਬਰਾਹਿਮ ਨੇ ਤਿਆਰ ਕਰਵਾਇਆ, ਫਿਰ ਵੀ ਢਹਿ ਗਿਆ। ਫਿਰ ਉਸ ਤੋਂ ਬਾਅਦ ਹਜ਼ਰਤ ਮੁਹੰਮਦ ਨੇ ਇਸ ਨੂੰ ਤਿਆਰ ਕਰਵਾਇਆ, ਜਿਸ ਅਸਥਾਨ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਗਏ ਨੇ। ਤੇ ਇਸ ਅਸਥਾਨ ਤੇ ਚੇਤਾ ਰੱਖਿਓ ਵੀ ਅੱਜ ਤੱਕ ਬਿਨਾਂ ਮੁਸਲਮਾਨ ਭਰਾ ਤੋਂ ਕੋਈ ਦੂਜਾ ਨਹੀਂ ਜਾ ਸਕਦਾ। ਕੇਵਲ ਇਸ ਮੱਕੇ ਦੇ ਵਿੱਚ ਮੁਸਲਮਾਨ ਭਰਾ ਹੀ ਜਾ ਸਕਦੇ ਨੇ, ਦੂਜਾ ਨਹੀਂ ਕੋਈ ਜਾ ਸਕਦਾਗਾ, ਮਨਾਹੀ ਆ। ਤੇ ਮੰਦਿਰ ਦੇ ਵਿੱਚ ਮੁਸਲਮਾਨ ਭਰਾ ਨਹੀਂ ਜਾ ਸਕਦਾ, ਮਨਾਹੀ ਆ, ਵੱਢਿਆ ਜਾਵੇਗਾ, ਦੰਗੇ ਛਿੜ ਜਾਣਗੇ, ਲੜਾਈਆਂ ਹੋ ਜਾਣਗੀਆਂ। ਤੇ ਪਰ ਚੇਤਾ ਰੱਖਿਓ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਆਪਾਂ ਉਹਨਾਂ ਨੂੰ ਪੁੱਛੀਏ, ਪਾਤਸ਼ਾਹ ਇੱਥੇ ਜਾਣ ਤੇ ਤਾਂ ਮਨਾਹੀ ਆ, ਪਰ ਤੈਨੂੰ ਡਰ ਨਹੀਂ ਲੱਗਿਆ ਵੀ ਮੈਂ
ਮੁਸਲਮਾਨ ਭਰਾਵਾਂ ਦੇ ਮੱਕੇ ਜਾ ਰਿਹਾ ਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ। ਜਦੋਂ ਆਪਾਂ ਪੁੱਛਿਆ ਨਾ ਵੀ ਡਰ ਨਹੀਂ ਲੱਗਾ, ਕਹਿੰਦੇ ਨਹੀਂ। ਜਦੋਂ ਮਨੁੱਖਤਾ ਦੇ ਭਲੇ ਦੀ ਗੱਲ ਹੋਵੇ ਤਾਂ ਉਦੋਂ ਡਰ ਕਿਸੇ ਤੋਂ ਨਹੀਂ ਲੱਗਦਾ। ਜਦੋਂ ਭਲੇ ਦੀ ਗੱਲ ਹੋਵੇ, ਜਦੋਂ ਮਨ ਦੇ ਵਿੱਚ ਬੁਰਿਆਈ ਹੋਵੇ ਨਾ, ਤੇ ਫਿਰ ਕੁਦਰਤੀ ਨਿਯਮ ਆ ਇੱਕ ਮਨੁੱਖੀ ਸਰੀਰ ਦਾ ਵੀ ਇਹ ਡਰਦਾ। ਇਉਂ ਕਹਿ ਲੋ ਵੀ ਜਿਸ ਮਨੁੱਖ ਨੇ ਕੋਈ ਗਲਤ ਕੰਮ ਕੀਤਾ, ਕੁਦਰਤੀ ਬੰਦੇ ਦੀ ਅਵਸਥਾ ਇਦਾਂ ਦੀ ਹੁੰਦੀ ਆ ਵੀ ਬੰਦੇ ਦਾ ਸਰੀਰ ਇਦਾਂ ਦਾ ਮਹਿਸੂਸ ਹੋਵੇਗਾ ਵੀ ਜਿਹੜਾ ਡਰੂ ਡਰੂ ਕਰ ਰਿਹਾ ਹੈਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ। ਦੂਸਰੀ ਗੱਲ, ਬਾਬੇ ਨੇ ਭੇਖ ਖੋਸਾ ਬਣਾਇਆਗਾ। ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਨੀਲੇ ਵਸਤਰ ਪਹਿਨ ਕੇ ਗਿਆ ਨਾ। ਤੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਜਾ ਕੇ ਮੱਕੇ ਵੱਲ, ਜਾਣੀ ਕਿ ਉਹਨਾਂ ਦੇ ਕਾਬੇ ਵੱਲ ਆਪਣੇ ਪੈਰ ਕਰਕੇ ਪੈ ਗਏ। ਜਿਵੇਂ ਅੱਜ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਆ, ਕਿੰਨੀ ਸੰਗਤ ਹੁੰਦੀ ਆ ਜਿਹੜੀ ਪ੍ਰਕਰਮਾਂ ਦੇ ਵਿੱਚ ਪਈ ਹੁੰਦੀ ਆ। ਇਵੇਂ ਜਿਵੇਂ ਕਾਬੇ ਵੱਲ ਨੂੰ ਲੱਤਾਂ ਕਰਕੇ, ਉਹ ਮੱਕਾ ਸ਼ਹਿਰ ਹੈਗਾ, ਕਾਬੇ ਵੱਲ ਨੂੰ ਲੱਤਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਪੈ ਗਏ। ਸੁਬਾ ਕਾਜੀ ਆਇਆ ਤੇ ਆ ਕੇ ਵੇਖਿਆ ਕੀ ਆ ਵੀ ਆ ਕੌਣ ਕੁਫਰ ਹੈਗਾ, ਕੌਣ ਕਾਫਰ ਆ, ਕੌਣ ਇਹ ਘਟੀਆ ਸੋਚ ਵਾਲਾ ਇਨਸਾਨ ਆ ਜਿਹੜਾ ਕਾਬੇ ਵੱਲ ਲੱਤਾਂ ਕਰਕੇ ਪੈਰ ਕਰਕੇ ਸੁੱਤਾ ਪਿਆ। ਤੇ ਹੁਣ ਚੇਤਾ ਰੱਖਿਓ, ਉੱਥੇ ਹੁੰਦਾ ਕੀ ਆ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਹਾਜੀ ਹੱਜ ਕਰਦੇ ਆ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ। ਤੇ ਉੱਥੇ ਇੱਕ ਜੀਵਨ ਨਾਮੀ ਦਾ ਕਾਜੀ ਜਦੋਂ ਪਹੁੰਚਿਆ ਨਾ, ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨਾ, ਉਹ ਆਇਆ ਤੇ ਉਹਨੇ ਆਪਣੀ ਸ਼ਰ੍ਹਾ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਜੀਵਨ ਮਾਰੀ ਲੱਤ ਦੀ। ਕਿਹੜਾ ਸੁੱਤਾ ਕੁਫਰ ਕੁਫਾਰੀ। ਹੁਣ ਭਾਈ ਗੁਰਦਾਸ ਜੀ ਕਹਿੰਦੇ ਉਹਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਲੱਤ ਮਾਰੀ। ਹੁਣ ਪਿਆਰ ਵਾਲਿਓ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਉਹ ਮਹਾਨ ਸ਼ਖਸੀਅਤ ਆ ਜਿਨ੍ਹਾਂ ਨੇ ਭਲੇ ਦੀ ਖਾਤਰ ਜਿੱਥੇ ਲੋੜ ਪਈ ਥੱਪੜ ਵੀ ਖਾਧੇ। ਭਲਾ ਕੀਤਾ ਨਾ, ਬਾਪੂ ਵੱਲੋਂ ਚਪੇੜਾਂ ਵੀ ਵੱਜਦੀਆਂ ਨਾ, ਜਰਲੀਆਂ। ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਤੋਂ ਹੀ, ਲੋਕਾਂ ਤੋਂ ਹੀ ਬੁਰੇ ਭਲੇ ਬੋਲ ਵੀ ਸੁਣੇ। ਉਹ ਆਪਾਂ ਸਾਰਾ ਸੁਣ ਕੇ ਗਏ ਆ ਪਿੱਛੇ। ਕੋਈ ਕਹਿੰਦਾ ਭੂਤਨਾ, ਕੋਈ ਬਤਾਲਾ ਕਹਿੰਦਾ, ਕੋਈ ਪਾਗਲ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਕੋਈ ਰੋੜੇ ਚੱਕੀ ਫਿਰਦਾ ਗੁਰੂ ਨਾਨਕ ਸਾਹਿਬ ਦੇ ਰੋੜੇ ਮਾਰਨ ਦੇ ਲਈ, ਕੋਈ ਕੋਰੜੇ ਲਈ ਫਿਰਦਾ ਗੁਰੂ ਨਾਨਕ ਸਾਹਿਬ ਨੂੰ ਕੁੱਟਣ ਦੇ ਲਈ। ਪਰ ਸਿੱਖਾ ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੂੰ ਧੰਨ ਗੁਰੂ ਨਾਨਕ ਜਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਕਿਹਾ ਜਾਂਦਾ। ਐਵੇਂ ਨਹੀਂ ਕਿਹਾ ਜਾਂਦਾ ਆਪ ਨਰੈਣ ਕਲਾ ਧਾਰ, ਐਵੇਂ ਨਹੀਂ ਕਿਹਾ ਜਾਂਦਾ। ਪਰ ਗੁਰੂ ਦੇ ਵਿੱਚ ਬਹੁਤ ਵੱਡੀ ਨਿਮਰਤਾ, ਵਾਹਿਗੁਰੂ ਦੇ ਵਿੱਚ ਬਹੁਤ ਵੱਡੀ ਇੱਕ ਗੁਣਾ ਦੀ ਬਖਸ਼ਿਸ਼ ਆ, ਜਿੱਥੇ ਬਾਬਾ ਲੱਤਾਂ ਖਾ ਕੇ ਵੀ ਭਲੇ ਦਾ ਉਪਦੇਸ਼ ਦਿੰਦਾ। ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਦੇ ਵਿੱਚ ਆਉਂਦਾ ਗੁਣ। ਨਹੀਂ ਦੁਨੀਆ ਦੇ ਵਿੱਚ ਐਸਾ ਕੋਈ ਵਿਅਕਤੀ ਨਹੀਂ ਹੋਵੇਗਾ ਕਿਹੜਾ ਜਿੱਥੇ ਲੱਤ ਦਾ ਜਵਾਬ ਮੱਤ ਨਾਲ ਦਿੱਤਾ ਜਾਂਦਾ ਹੋਵੇ। ਲੱਤਾਂ ਵੱਜਦੀਆਂ ਨਾ ਤੇ ਜਵਾਬ ਅਕਲ ਨਾਲ, ਮੱਤ ਨਾਲ ਦਿੱਤਾ ਜਾਂਦਾ ਹੋਵੇ, ਦੁਨੀਆ ਦੇ ਵਿੱਚ ਕੋਈ ਬਿਰਲਾ ਮਨੁੱਖ ਹੋਵੇਗਾ। ਪਰ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਹਿੱਸੇ ਵਿੱਚ ਗੱਲ ਆਈ ਆ।
ਕਾਜੀ ਲੱਤ ਮਾਰਦਾ ਤੇ ਬਾਬਾ ਨਾਨਕ ਮੱਤ ਨਾਲ ਜਵਾਬ ਦਿੰਦਾ ਹੈਗਾ। ਭਲਾ ਕਰਨਾ ਨਾ ਬਾਬੇ ਅੰਦਰ ਤਰਸ ਆ। ਇੱਕ ਗੱਲ ਹੋਰ ਦੇਖਿਓ, ਕਈ ਵਾਰ ਨਾ ਬੱਚੇ ਡਾਕਟਰ ਤੋਂ ਟੀਕਾ ਲਵਾਉਣ ਵੇਲੇ, ਇੰਜੈਕਸ਼ਨ ਲਵਾਉਣ ਵੇਲੇ ਨਾ ਲੱਤਾਂ ਵੀ ਮਾਰ ਜਾਂਦੇ ਆ, ਅਪ ਸ਼ਬਦ ਵੀ ਬੋਲ ਜਾਂਦੇ ਆ, ਪਰ ਸਿਆਣਾ ਡਾਕਟਰ ਗੁੱਸਾ ਨਹੀਂ ਮੰਨਦਾ, ਉਹ ਪਿਆਰ ਕਰਦਾ। ਉਹਨੂੰ ਪਤਾ ਕੋਈ ਗੱਲ ਨਹੀਂ, ਇਹਨੂੰ ਤਕਲੀਫ ਹੋਊਗੀ ਦਵਾਈ ਲੈਣ 'ਚ, ਟੀਕਾ ਲਵਾਉਣ 'ਚ, ਪਰ ਜੇ ਇਹਦੇ ਟੀਕਾ ਨਾ ਲੱਗਿਆ ਇਹਦਾ ਭਲਾ ਨਹੀਂ ਹੋਣਾ। ਕੋਈ ਗੱਲ ਨਹੀਂ, ਗਾਲਾਂ ਕੱਢ ਲੈਣ ਦੇ, ਅਪ ਸ਼ਬਦ ਬੋਲ ਲੈਣ ਦੇ, ਲੱਤਾਂ ਮਾਰ ਲੈਣ ਦੇ, ਕੋਈ ਗੱਲ ਨਹੀਂ, ਪਰ ਇਹਦਾ ਭਲਾ ਟੀਕਾ ਲਾਉਣ 'ਚ ਹੀ ਆ, ਇਹਦਾ ਭਲਾ ਦਵਾਈ ਦੇਣ 'ਚ ਹੀ ਆ, ਧੱਕੇ ਨਾ ਦੇਣੀ ਪੈਣੀ ਹੈ ਇਹਨੂੰ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਉਹ ਡਾਕਟਰ ਨੇ ਜਿਨ੍ਹਾਂ ਨੇ ਲੱਤਾਂ ਖਾ ਕੇ ਵੀ ਦੁਨੀਆ ਦੇ ਟੀਕੇ ਲਾਏ ਨੇ। ਵਾਹਿਗੁਰੂ ਭਲਾ ਕਰੇ, ਆਪਾਂ ਸਾਰੀ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਸਾਡੇ ਚੋਂ ਕਿਹੜਾ ਉਹ ਸੱਜਣ ਹੋਵੇਗਾ ਜਿਹੜਾ ਆ ਗੁਰੂ ਨਾਨਕ ਸਾਹਿਬ ਵਾਲੀ ਭਾਵਨਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਦਰ ਦੀ, ਘਰ ਦੀ, ਪ੍ਰਚਾਰ ਦੀ ਸੇਵਾ ਨਿਭਾਵੇ। ਨਹੀਂ, ਮੇਰੇ ਅੰਦਰ, ਤੁਹਾਡੇ ਅੰਦਰ, ਸਾਰਿਆਂ ਅੰਦਰ ਹੀ ਇਹ ਭਾਵਨਾ ਸ਼ਾਇਦ ਨਾ ਹੋਵੇ। ਇਹ ਤਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਪਿਆਰੀ ਭਾਵਨਾ ਹੈ। ਇਹ ਹਵਾਲਾ ਨਾ ਕਿਸੇ ਕਿਤਾਬ ਚੋਂ ਨਹੀਂ, ਕਿਸੇ ਲਖਾਰੀ ਦੇ ਲੇਖ ਚੋਂ ਨਹੀਂ, ਇਹ ਹਵਾਲਾ ਭਾਈ ਗੁਰਦਾਸ ਜੀ ਨੇ ਦਿੱਤਾ ਗਾ। ਜੀਵਨ ਮਾਰੀ ਲੱਤ ਦੀ, ਜੀਵਨ ਨਾਮੀ ਕਾਜੀ ਆਇਆ ਤੇ ਆ ਕੇ ਲੱਤ ਮਾਰੀ। ਕਿਹੜਾ ਸੁੱਤਾ ਕੁਫਰ ਕੁਫਾਰੀ, ਤੂੰ ਕੌਣ ਇੱਥੇ ਕਾਬੇ ਵੱਲ ਲੱਤਾਂ ਕਰਕੇ, ਪੈਰ ਕਰਕੇ ਸੁੱਤਾ ਪਿਆਗਾ। ਗੁਰੂ ਨਾਨਕ ਸਾਹਿਬ ਪਿਆਰ ਦੇ ਨਾਲ ਉੱਠੇ, ਹੱਥ ਬੰਨੇ, ਅੱਗੋਂ ਇੱਕ ਗੱਲ ਕਹਿੰਦੇ ਨੇ, ਭਲਿਆ ਪਰਦੇਸੀਆਂ ਦੇ ਲੱਤਾਂ ਨਹੀਂ ਮਾਰੀ ਦੀਆਂ, ਅਸੀਂ ਤਾਂ ਪਰਦੇਸੀ ਆ ਭਲਾ। ਥੱਕੇ ਸੀ, ਨੀਂਦ ਆ ਗਈ, ਕੀ ਪਤਾ ਲੱਗਦਾ ਥੱਕਿਆ ਨੂੰ ਨੀਂਦ ਵਿੱਚ ਕਿੱਧਰ ਨੂੰ ਲੱਤਾਂ ਨੇ, ਕਿੱਧਰ ਨੂੰ ਪੈਰ ਆ। ਜੇ ਤੈਨੂੰ ਲੱਗਦਾ ਵੀ ਅਸੀਂ ਕਾਬੇ ਵੱਲ ਪੈਰ ਕਰਕੇ ਗਲਤ ਕੰਮ ਕੀਤਾ ਤੇ ਤੂੰ ਸਾਡੇ ਪੈਰ ਨਾ ਪਕੜ ਕੇ ਉਸ ਬੰਨੇ ਕਰਦੇ ਜਿਹੜੇ ਬੰਨੇ ਰੱਬ ਹੈ ਹੀ ਨਹੀਂਗਾ। ਹੁਣ ਇਹ ਤਾਂ ਮੁਸਲਮਾਨ ਭਰਾਵਾਂ ਦੀ ਭਾਵਨਾ ਨਾ, ਵੀ ਉਹ ਕਹਿੰਦੇ ਨੇ ਵੀ ਕਾਬੇ ਦੇ ਵਿੱਚ ਰੱਬ ਵਸਦਾ। ਜਿਵੇਂ ਆਪਣੀ ਭਾਵਨਾ ਆਪਾਂ ਆਮ ਹੀ ਘਰਾਂ ਦੇ ਵਿੱਚ ਚਲਦੀਆਂ ਗੱਲਾਂ ਦੇ ਵਿੱਚ ਗੱਲ ਹੋ ਜਾਂਦੀ ਆ ਵੀ ਚੜ੍ਹ ਗੁਰਦੁਆਰੇ, ਖਾ ਗੁਰਦੁਆਰੇ ਦੀ ਸਹੁੰ। ਵੈਸੇ ਭਾਵਨਾ ਗਲਤ ਆ, ਪਰ ਸਾਡੀ ਭਾਵਨਾ ਉੱਥੇ ਜ਼ਾਹਰ ਕਰਦੀ ਆ ਵੀ ਰੱਬ ਗੁਰਦੁਆਰੇ 'ਚ ਹੀ ਆ, ਹੋਰ ਕਿਤੇ ਨਹੀਂ ਹੈ। ਇਹ ਤਾਂ ਸਕੂਲ ਆ ਭਾਈ ਸਾਡਾ, ਇੱਥੇ ਤਾਂ ਸਾਡੀ ਕਲਾਸ ਲੱਗਦੀ ਆ, ਇੱਥੇ ਤਾਂ ਸਾਨੂੰ ਕੁਝ ਸਿਲੇਬਸ ਦਿੱਤਾ ਜਾਂਦਾ ਸਿੱਖਣ ਦੇ ਲਈ, ਕੁਝ ਸਾਨੂੰ ਸਮਝਾਇਆ ਜਾਂਦਾ ਗਾ, ਪੜ੍ਹਾਇਆ ਜਾਂਦਾ ਗਾ। ਹਾਂ, ਉਹ ਗੱਲ ਇੱਕ ਅਲੱਗ ਆ ਵੀ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬੋਲਦੇ ਨੇ, ਸਮਝਾਉਂਦੇ ਨੇ, ਜਿਹੜੇ ਕਹਿੰਦੇ ਨੇ ਤੂੰ ਸਾਰੇ ਥਾਵਾਂ ਦੇ ਵਿੱਚ ਵਸਦਾਂਗਾ। ਸਾਚੇ ਤੇ ਪਵਣਾ ਭਇਆ, ਪਵਣਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਮਾਲਕ ਜੀ ਬਾਰੇ ਪਾਤਸ਼ਾਹ ਜੀ ਲਿਖਦੇ ਨੇ, ਉਹ ਤਾਂ ਘਟ ਘਟ ਜੋਤ ਸਮੋਏ, ਸਭ ਮੈਂ ਜੋਤ, ਜੋਤ ਹੈ ਸੋਈ। ਤੂੰ ਸਭਨੀ ਥਾਈ ਜਿੱਥੇ ਹਉ ਜਾਈ, ਮੈਂ ਜਿੱਥੇ ਵੀ ਜਾਣਾ ਤੇ ਤੂੰ ਸਾਰੇ ਥਾਵਾਂ ਦੇ ਵਿੱਚ ਹੀ ਆ। ਸਾਰੇ ਥਾਵਾਂ 'ਚ ਨਾ ਉਹ ਜਗ੍ਹਾ ਹੀ ਨਹੀਂ ਹੈ ਜਿੱਥੇ ਉਹ ਮਾਲਕ ਨਾ ਹੋਵੇ। ਪਰ ਇੱਥੇ ਗੁਰੂ ਨਾਨਕ ਸਾਹਿਬ ਨੇ ਬੜੀ ਵਧੀਆ ਗੱਲ ਕਹੀ, ਕਾਜੀ ਤੂੰ ਮੇਰੀਆਂ ਲੱਤਾਂ ਫੜ ਕੇ ਨਾ ਉਧਰ ਨੂੰ ਕਰ ਦੇ ਜਿੱਧਰ ਰੱਬ ਨਹੀਂ ਹੈ, ਅੱਲਾ ਨਹੀਂ ਹੈ, ਖੁਦਾ ਨਹੀਂ ਹੈ। ਤੇਰੀ ਭਾਵਨਾ ਮੁਤਾਬਕ ਤੁਸੀਂ ਕਹਿੰਦੇ ਹੋ ਰੱਬ ਕਾਬੇ ਵਿੱਚ ਆ, ਤੇ ਜਿਹੜੇ ਪਾਸੇ ਰੱਬ ਨੇ ਮੇਰੀਆਂ ਲੱਤਾਂ ਫੜ ਕੇ ਉਧਰ ਕਰ ਦੇ। ਜਦੋਂ ਨਿਮਰਤਾ ਦੇ ਵਿੱਚ ਹੱਥ ਬੰਨ੍ਹ ਕੇ ਪਾਤਸ਼ਾਹ ਨੇ ਆਹ ਬਚਨ ਕਹੇ ਆ ਨਾ, ਪਹਿਲੀ ਤਾਂ
ਕਾਜੀ ਦਾ ਮਨ ਉਸੇ ਟਾਈਮ ਤੇ ਥੋੜਾ ਜਿਹਾ ਢੈਲਾ ਪੈ ਗਿਆ ਵੀ ਅੰਦਰਲੀ ਜਿਹੜੀ ਬੁਰੀ ਭਾਵਨਾ ਨਾ, ਵੀ ਜਿਹੜੀ ਅੰਦਰ ਦੀ ਭਾਵਨਾ ਗਈ ਉਹਦੇ ਮੁਤਾਬਕ ਥੋੜਾ ਜਿਹਾ ਮਨ ਇਉਂ ਕਹਿ ਲੋ ਹੇਠਲੇ ਲੈਵਲ ਵੱਲ ਉਤਰ ਪਿਆ। ਪਹਿਲਾਂ ਗਰਮ ਹੋਇਆ ਆਇਆ, ਬੜੀ ਆ ਕੇ ਗੁੱਸੇ ਦੇ ਵਿੱਚ ਲੱਤ ਮਾਰਦਾ, ਪਰ ਲੱਤ ਦਾ ਜਵਾਬ ਮਤ ਮਾਰ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਉਹ ਸ਼ਬਦ ਦੇ ਵਿੱਚ ਪਾਤਸ਼ਾਹ ਨੇ ਕੀ ਜ਼ਿਕਰ ਕੀਤਾ, ਜੋ ਮੁਸਲਮਾਨ ਭਰਾਵਾਂ ਦੀ ਅਲੱਗ-ਅਲੱਗ ਮਤ ਦੇ ਭਰਾਵਾਂ ਦੀ ਭਾਵਨਾ ਮੁਤਾਬਕ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈਗਾ। ਅੱਲਾ ਏਕ ਮਸੀਤ ਬਸਤ ਹੈ। ਹੁਣ ਮੁਸਲਮਾਨ ਕਹਿੰਦੇ ਨਾ ਅੱਲਾ ਤਾਂ ਕੇਵਲ ਮਸੀਤ ਵਿੱਚ ਰਹਿੰਦਾ, ਅੱਲਾ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ। ਹੁਣ ਮੁਸਲਮਾਨ ਭਰਾ ਕਹਿੰਦੇ ਨੇ ਅੱਲਾ ਮਸੀਤ ਚ ਵਸਦਾ, ਤੇ ਬਾਬਾ ਨਾਨਕ ਕਹਿੰਦਾ ਫਿਰ ਦੂਜਾ ਮੁਲਕ ਜਿਹੜਾ ਤੁਹਾਡੀ ਮਸੀਤ ਚ ਨਹੀਂ ਆਉਂਦਾ ਉਹ ਕਿੱਥੇ ਜਾਣ, ਉਹ ਭਲਾ ਕਿੱਥੇ ਜਾਣ। ਹੁਣ ਆਪਾਂ ਇਸ ਗੱਲ ਨੂੰ ਇਹੋ ਮੰਨ ਸਕਦੇ ਆ ਵੀ ਜੇ ਸਾਡੀ ਭਾਵਨਾ ਵੀ ਕੇਵਲ ਰੱਬ ਗੁਰਦੁਆਰਾ ਸਾਹਿਬ ਦੇ ਵਿੱਚ ਵਸਦਾ, ਦੇਖੋ ਇਹਦੇ ਚ ਕੋਈ ਸ਼ੱਕ ਨਹੀਂ, ਮਨੁੱਖਤਾ ਚ ਰੱਬ ਵਸਦਾ, ਗੁਰੂ ਨਾਲ ਜੁੜੀ ਸੰਗਤ ਪਿਆਰੀ ਆ, ਤੇ ਪਿਆਰ ਦੇ ਵਿੱਚ ਉਹ ਪਰਮਾਤਮਾ ਦਾ ਵਾਸ ਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਸਾਰਿਆਂ ਦੇ ਵਿੱਚ ਹੀ ਹੈ ਨਾ, ਤੂੰ ਸਭਨੀ ਥਾਈ ਜਿੱਥੇ ਹੋਂ ਜਾਈ, ਪਰ ਉਹ ਮਾਲਕ ਬਾਹਰ ਵੀ ਆ, ਘਰੇ ਵੀ ਆ, ਡਿਊਟੀ ਤੇ ਵੀ ਆ, ਸਭ ਥਾਈਆਂ, ਰਸਤੇ ਵਿੱਚ ਵੀ ਆ, ਜਿੱਥੇ ਵੀ ਜਾਵਾਂਗੇ ਉੱਥੇ ਹੀ ਆ, ਕੀੜੀਆਂ ਚ, ਚਿੜੀਆਂ ਚ, ਪੰਛੀਆਂ ਪਸ਼ੂਆਂ ਚ, ਬਨਸਪਤੀ ਵਿੱਚ ਆ, ਧਰਤੀ ਚ, ਪਤਾਲ ਚ, ਸਭ ਥਾਈਆਂ ਉਹ ਜਗ੍ਹਾ ਨਹੀਂ ਹੈ ਜਿੱਥੇ ਨਹੀਂ ਹੈ। ਅਵਰ ਮੁਲਕ ਕਿਸ ਕੇਰਾ, ਤੇ ਦੂਜੇ ਕਿੱਥੇ ਜਾਣਗੇ ਭਲਾ ਦੱਸੋ। ਇਹ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ, ਇੱਕ ਵਾਹਿਗੁਰੂ ਦੇ ਰੱਬ ਦੇ ਪਿਆਰਿਆਂ ਨੇ ਸਵਾਲ ਕੀਤਾ, ਜੇ ਤੁਸੀਂ ਕਹਿੰਦੇ ਹੋ ਅੱਲਾ ਮਸੀਤ ਵਿੱਚ ਹੈ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ ਹਿੰਦੂ ਮੂਰਤ ਨਾਮ ਨਿਵਾਸੀ ਦੋਹੋਂ ਮਹਿ ਤਤ ਨਾ ਹੇਰਾ। ਹੁਣ ਹਿੰਦੂ ਭਰਾ ਕਹਿੰਦੇ ਜਿਹੜਾ ਰੱਬ ਹੈਗਾ ਉਹ ਕਿੱਥੇ ਹੈਗਾ, ਉਹ ਕਹਿੰਦੇ ਸਾਡੇ ਮੰਦਿਰ 'ਚ ਹੀ ਆ। ਹੁਣ ਗੁਰੂ ਸਾਹਿਬ ਕਹਿੰਦੇ ਇਹ ਤਾਂ ਦੁਬਿਧਾ ਖੜੀ ਹੋ ਗਈ ਨਾ, ਇੱਕ ਕਹਿੰਦਾ ਮੰਦਿਰ 'ਚ ਆ ਤੇ ਦੂਜਾ ਕਹਿੰਦਾ ਮਸੀਤ 'ਚ ਆ। ਪਰ ਜਿਹੜੇ ਮੰਦਿਰ 'ਚ ਆਉਂਦੇ ਨੇ ਇਹਦਾ ਮਤਲਬ ਉਹਨਾਂ ਦਾ ਰੱਬ ਅਲੱਗ ਹੈ, ਤੇ ਜਿਹੜੇ ਮਸੀਤ ਜਾਂਦੇ ਆ ਉਹਨਾਂ ਦਾ ਰੱਬ ਅਲੱਗ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਇਉਂ ਨਹੀਂ ਹੈ। ਤੇ ਪਰ ਪਾਤਸ਼ਾਹ ਦੀ ਗੱਲ ਕਿੱਥੇ ਆ, ਪਾਤਸ਼ਾਹ ਕਹਿੰਦੇ ਮੇਰੇ ਪੈਰ ਮੇਰੀਆਂ ਲੱਤਾਂ ਉਧਰਲੇ ਬੰਨੇ ਕਰਦੇ ਜਿੱਧਰ ਰੱਬ ਨਹੀਂ ਹੈ। ਹੁਣ ਗੁਰੂ ਸਾਹਿਬ ਨੇ ਇਹ ਸਾਂਗ ਕਿਉਂ ਵਰਤਾਇਆ ਸੀ ਭਲਾ, ਇਹ ਗੱਲਾਂ ਇੰਨੀਆਂ ਕਿਉਂ ਕੀਤੀਆਂ ਭਲਾ, ਗੁਰੂ ਸਾਹਿਬ ਨੇ ਆਪਣੇ ਪੈਰ ਕਾਬੇ ਵੱਲ ਕਿਉਂ ਕੀਤੇ ਭਲਾ। ਇਹਦਾ ਮਤਲਬ ਲੋਕਾਂ ਦਾ ਧਿਆਨ ਖਿੱਚਣਾ, ਲੋਕਾਂ ਤੱਕ ਆਪਣਾ ਸੁਨੇਹਾ ਦੇਣਾ। ਉਦਾਂ ਤਾਂ ਲੋਕ ਇਕੱਤਰ ਨਹੀਂ ਨਾ ਹੁੰਦੇ, ਆਪਾਂ ਕਹੀਏ ਆਓ ਭਾਈ ਫਲਾਨਾ ਕੰਮ ਇਉਂ ਆ ਆਓ, ਪਰ ਕੁਦਰਤੀ ਗੱਲ ਆ ਛੋਟੀ ਜਿਹੀ ਲੜਾਈ ਹੋ ਜੇ ਬਿਨਾਂ ਸੱਦੀ ਸਾਰੇ ਆ ਜਾਂਦੇ ਨੇ। ਛੋਟੀ ਜਿਹੀ ਲੜਾਈ ਹੋਣ ਤੇ, ਛੋਟੀ ਜੀ ਬਹਿਸ ਹੋਣ ਤੇ ਬਿਨਾਂ ਬੁਲਾਏ ਸਭ ਆ ਜਾਂਦੇ ਨੇ, ਪਰ ਆਪਾਂ ਸਹੀ ਕੰਮ ਕਰਨ ਦੇ ਲਈ ਆਵਾਜ਼ ਦਿਓ, ਕੋਈ ਆ ਕੇ ਰਾਜੀ ਨਹੀਂ। ਬਾਬੇ ਨਾਨਕ ਨੇ ਇਹ ਬਹਿਸ, ਇਹ ਛੋਟੀ ਜੀ ਇੱਕ ਲੜਾਈ ਕਿਉਂ ਕੀਤੀ ਆ, ਇਹਦੇ ਪਿੱਛੇ ਮਿਸ਼ਨ ਕੀ ਹੈ, ਇਹਦੇ ਪਿੱਛੇ ਕਾਰਨ, ਇਹਦੇ ਪਿੱਛੇ ਵਜ੍ਹਾ ਲੋਕਾਂ ਨੂੰ ਖਿੱਚਣਾ। ਜਿਵੇਂ ਹਰਿਦੁਆਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਨਾ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਪੁੱਠੇ ਪਾਸੇ ਪਾਣੀ ਦਿੱਤਾ ਸੀ, ਮਤਲਬ ਲੋਕਾਂ ਦਾ ਧਿਆਨ ਖਿੱਚਣਾ। ਹੁਣ ਜਦੋਂ ਏਦਾਂ ਗੁਰੂ ਨਾਨਕ ਸਾਹਿਬ ਦੇ ਵਿਚਾਰ ਉਸ ਕਾਜੀ ਨਾਲ ਹੋ ਰਹੇ ਨਾ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕਫਾਰੀ, ਪਾਤਸ਼ਾਹ ਨੇ ਉਹਨੂੰ ਕੀ ਕਿਹਾਗਾ, ਮੇਰਾ ਮਤਲਬ ਕਿ ਪੈਰ ਨੇ ਜਿਹੜੀਆਂ ਲੱਤਾਂ ਨੇ ਉਧਰ ਕਰਦੇ ਜਿੱਧਰ ਰੱਬ ਨਹੀਂ ਹੈ। ਫਿਰ ਅੱਗੋਂ ਇਹ ਵੀ ਕੰਮ ਹੋਇਆ,
ਕਿਹੜਾ? ਟੰਗੋਂ ਪਕੜ ਘਸੀਟਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇੱਥੇ ਆ ਕੇ ਨਾ, ਜਦੋਂ ਤੇਰਾ ਇਤਿਹਾਸ ਪੜ੍ਹਦੇ ਸੁਣਦੇ ਆ, ਦੇਖੋ ਇਤਿਹਾਸ ਪੜ੍ਹਨ ਦਾ ਮਤਲਬ ਕੀ ਆ? ਵੀ ਸਾਨੂੰ ਕੁਝ ਸਿੱਖਣ ਨੂੰ ਮਿਲੇ। ਹੁਣ ਪਿਆਰ ਵਾਲਿਓ ਚੇਤਾ ਰੱਖੋ, ਸਿੱਖਣ ਨੂੰ ਕਿੰਨਾ ਕੁਝ ਮਿਲ ਰਿਹਾ। ਵੀ ਬਾਬੇ ਨਾਨਕ ਨੇ ਲੱਤਾਂ ਵੀ ਖਾਧੀਆਂ ਸਾਡੇ ਕਰਕੇ, ਸੱਚ ਕਰਕੇ। ਬਾਬੇ ਨਾਨਕ ਨੇ ਭਲੇ ਦਾ ਕੰਮ ਕਰਨ ਦੇ ਲਈ ਥੱਪੜ ਵੀ ਖਾਧੇ, ਬਾਪੂ ਤੋਂ ਖਾਧੇ ਹੈ ਨਾ। ਬਾਬੇ ਨਾਨਕ ਨੇ ਲੋਕਾਂ ਤੋਂ ਬੜੀਆਂ ਲਾਹਣਤਾਂ ਲਈਆਂ, ਮਾਫ ਕਰਨਾ, ਉਹ ਸਾਡੀ ਜ਼ੁਬਾਨ ਜਲ ਜਾਵੇ। ਅਸੀਂ ਨਹੀਂ ਕਹਿ ਸਕਦੇ ਬਾਬੇ ਨਾਨਕ ਵਿੱਚ ਕੋਈ ਕਿਸੇ ਵਜ੍ਹਾ ਕਰਕੇ ਕਮੀ ਆ, ਪਰ ਕੋਈ ਕਹੇ ਭੂਤਨਾ ਕੋ ਕਹੇ ਬਤਾਲਾ, ਬਾਣੀ ਦਾ ਪਾਵਨ ਸ਼ਬਦ ਆ। ਬੜੇ ਅਪਸ਼ਬਦ ਚੱਲੇ, ਪਰ ਫਿਰ ਵੀ ਬਾਬੇ ਨਾਨਕ ਨੇ ਸੱਚ ਵਾਲਾ ਰਸਤਾ, ਸੱਚ ਦਾ ਪੱਲਾ ਕਹਿ ਲੋ, ਨਹੀਂ ਛੱਡਿਆ ਤੇ ਨਾ ਛਡਵਾਇਆ। ਹੁਣ ਟੰਗੋਂ ਪਕੜ ਘਸੀਟਿਆ। ਹੁਣ ਗੁਰੂ ਪਾਤਸ਼ਾਹ ਜੀ ਨੂੰ ਉਸ ਕਾਜੀ ਨੇ ਭਾਵੇਂ ਥੋੜਾ ਜਿਹਾ ਢੈਲਾ ਪੈ ਚੁੱਕਿਆ, ਪਰ ਟੰਗੋਂ ਪਕੜ ਕੇ ਘਸੀਟਿਆ। ਕਿਸੇ ਪਰਦੇਸੀ ਬੰਦੇ ਦੇ ਨਾਲ ਏਦਾਂ ਦੁਰਵਿਹਾਰ ਕੀਤਾ ਜਾਵੇ, ਲੋਕਾਂ ਦਾ ਇਕੱਠ ਹੋਣਾ ਸੁਭਾਵਿਕ ਆ। ਸੁਭਾਵਿਕ ਆ ਨਾ। ਇਸ ਕਾਬੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਇਰਦ ਗਿਰਦ ਇੱਕ ਨਹੀਂ ਅਨੇਕਾਂ ਲੋਕ ਇਕੱਠੇ ਹੋ ਗਏ। ਅਨੇਕਾਂ, ਇੱਕ ਨਹੀਂ ਅਨੇਕਾਂ ਲੋਕ ਇਕੱਠੇ ਹੋ ਗਏ। ਫਿਰ ਕੀ ਆ? ਲੱਤਾਂ ਵੱਲ ਖੁਦਾਏ ਦਾ ਕਿਉਂ ਕਰ ਪਾਇਆ ਹੋਏ ਵਜਗਾਰੀ। ਹੁਣ ਗੁਰੂ ਸਾਹਿਬ ਜੀ ਕਹਿੰਦੇ, ਮੈਨੂੰ ਤਾਂ 4 ਚੁਫੇਰੇ ਅੱਲਾ ਦਿਸ ਰਿਹਾ, ਉਹ ਭਗਵਾਨ ਦਿਸ ਰਿਹਾ ਗਾ। ਹੋਏ ਹੈਰਾਨ ਕਰੇਨ ਜੁਹਾਰੀ। ਜਦੋਂ ਟੰਗੋਂ ਪਕੜ ਘੜੀਸਿਆ ਨਾ, ਫਿਰ ਸਾਰੇ ਹੈਰਾਨ ਹੋ ਰਹੇ ਨੇ ਇਸ ਗੱਲ ਨੂੰ ਦੇਖ ਕੇ, ਇਸ ਗੱਲ ਨੂੰ ਸੋਚ ਕੇ ਹੈਰਾਨ ਹੋ ਰਹੇ ਨਾ। ਹੁਣ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦਾ ਧਿਆਨ ਇਧਰ ਨੂੰ ਖਿੱਚ ਲਿਆ। ਇਹ ਕਿਹੜੀ ਧਰਤੀ ਦਾ ਪੱਖ ਚੱਲ ਰਿਹਾ ਗਾ? ਕਾਬੇ ਦੀ ਦਾ। ਜਾਣੀ ਕਿ ਆਪਾਂ ਸੌਖਾ ਕਰ ਲਓ ਥੋੜਾ ਜਿਹਾ, ਇੰਡੀਆ ਇੱਕ ਸੂਬੇ ਦਾ ਨਾਮ ਆ, ਵਾਹਿਗੁਰੂ ਇੱਕ ਦੇਸ਼ ਦਾ ਨਾਮ ਆ। ਇਸ ਦੇ ਵਿੱਚ ਅੰਮ੍ਰਿਤਸਰ ਇੱਕ ਸ਼ਹਿਰ ਦਾ ਨਾਮ ਆ, ਤੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਇੱਕ ਪਵਿੱਤਰ ਇਮਾਰਤ ਦਾ ਨਾਮ ਆ। ਇਵੇਂ ਜਿਵੇਂ ਅਰਬ ਕੰਟਰੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹੈਗੇ ਮੱਕੇ ਦਾ ਹੱਜ, ਮੱਕਾ ਸ਼ਹਿਰ ਦਾ ਨਾਮ ਆ, ਤੇ ਮੱਕੇ ਦੇ ਵਿੱਚ ਕਾਬਾ ਜਿਹੜਾ ਹੈ ਉਹ ਇੱਕ ਪਵਿੱਤਰ ਇਮਾਰਤ ਦਾ ਨਾਮ ਆ, ਕਾਬਾ। ਤੇ ਉਸ ਪਵਿੱਤਰ ਇਮਾਰਤ ਦੇ ਵਿੱਚ ਗੁਰੂ ਨਾਨਕ ਸਾਹਿਬ ਚਰਚਾ ਕਰਦੇ ਨੇ। ਉੱਥੇ ਚਰਚਾ ਚੱਲ ਰਹੀ ਆ, ਜਿਹੜੀ ਆਪਾਂ ਚਰਚਾ ਸੁਣ ਰਹੇ ਹਾਂ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਉੱਥੇ ਗੁਰੂ ਨਾਨਕ ਸਾਹਿਬ ਨੇ ਲੱਤਾਂ ਖਾਧੀਆਂ, ਪਰ ਇੱਕ ਗੱਲ ਧਿਆਨ 'ਚ ਰੱਖਿਓ, ਲੱਤ ਖਾ ਕੇ ਜਵਾਬ ਮੱਤ ਨਾਲ ਦਿੱਤਾ ਗਾ। ਜੇ ਮੱਤ ਨਾਲ ਜਵਾਬ ਦਿੱਤਾ ਤਾਂ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਦੀ ਗੱਲ ਸੁਣਨ ਦੇ ਲਈ ਆ ਗਏ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਕੰਨ ਬੱਲ ਕੰਨ ਕਰ ਲਏ। ਪਰ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਭਾਈ ਮਰਦਾਨਾ ਜੀ ਉਹ ਤਾਂ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧਤ ਰੱਖਦੇ ਆ ਨਾ। ਉਹਨਾਂ ਨੇ ਬੜੇ ਵਾਰੀ, ਚਾਹੇ ਉਹ ਕਾਬੇ ਦੀ ਯਾਤਰਾ ਤੇ ਨਹੀਂ ਗਏ, ਮੱਕੇ ਦੀ ਯਾਤਰਾ ਤੇ ਬੇਸ਼ੱਕ ਕਦੇ ਨਹੀਂ ਗਏ ਹੋਣੇ, ਗਰੀਬ ਪਰਿਵਾਰ ਚੋਂ ਨੇ, ਪਰ ਉਹਨਾਂ ਨੂੰ ਜਾਣਕਾਰੀ ਤਾਂ ਹੋਣੀ ਹੈ ਨਾ ਵੀ ਮੱਕੇ ਦੇ ਵਿੱਚ, ਕਾਬੇ ਦੇ ਵਿੱਚ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਬਿਨਾਂ ਮੁਸਲਮਾਨ ਤੋਂ। ਵੀ ਪਾਤਸ਼ਾਹ ਆਪਾਂ ਉੱਥੇ ਨਹੀਂ ਜਾਣਾ। ਤੇ ਮਰਦਾਨੇ ਨੂੰ ਇਹ ਵੀ ਪਤਾ ਵੀ ਮੁਸਲਮਾਨ ਭਰਾਵਾਂ ਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ ਜਾਂਦਾ, ਤੇ ਮਰਦਾਨੇ ਨੇ ਕਦੇ ਮੰਦਿਰ ਵਿੱਚ ਜਾਣ ਲੱਗਿਆ ਵੀ ਨਹੀਂ ਕਿਹਾ ਹੋਣਾ ਬਾਬੇ ਨਾਨਕ ਨੂੰ, ਮੈਂ ਤਾਂ ਮੁਸਲਮਾਨ ਆ ਤੇ ਮੈਂ ਮੰਦਿਰ ਵਿੱਚ ਨਹੀਂ ਜਾਣਾ। ਜਵਾਬ ਤਾਂ ਦਿੱਤਾ ਹੀ ਨਹੀਂ, ਦਿੱਤਾ ਨਹੀਂ ਨਾ। ਤਾਈਓ ਬਾਣੀ 'ਚ ਲਿਖਿਆ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਈ ਸੀ। ਗੁਰੂ ਪਾਤਸ਼ਾਹ ਜੀ ਕਹਿੰਦੇ ਦਰਅਸਲ ਹੁਕਮ ਦੀ ਕਮਾਈ ਹੈ, ਜਿਨ੍ਹਾਂ ਨੇ ਹੁਕਮ ਮੰਨ ਲਿਆ, ਹੁਕਮ ਰਜ਼ਾਈ ਚੱਲਣਾ।
ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਿੰਨੀਆਂ ਹੀ ਮਾਲਕ ਨੇ ਬਾਣੀ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ ਨੇ। ਦੂਜੀ ਗੱਲ, ਮਰਦਾਨੇ ਨੂੰ ਇਹ ਵੀ ਪਤਾ ਵੀ ਸਾਡੇ ਮੁਸਲਮਾਨ ਭਰਾਵਾਂ ਦੇ ਵਿੱਚ ਇੱਕ ਰੀਤ ਆ ਵੀ ਅਸੀਂ ਚਾਹੇ ਕਿਸੇ ਵੀ ਦੇਸ਼ ਵਿੱਚ ਵਸਦੇ ਹੋਈਏ, ਅਮਰੀਕਾ ਚ ਭਾਵੇਂ ਕੈਨੇਡਾ ਚ ਇੰਗਲੈਂਡ ਚ ਇੰਡੀਆ ਚ ਕਿਸੇ ਵੀ ਥਾਂ ਤੇ ਰਹਿੰਦੇ ਆ, ਪਰ ਕਦੇ ਇਹਨਾਂ ਨੇ ਨਾ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੂੰ ਮੱਕੇ ਦੀ ਲੋਕੇਸ਼ਨ ਦਾ ਪਤਾ ਹੋਵੇ ਵੀ ਇਸ ਬੰਨੇ ਆ, ਤਾਂ ਉਧਰ ਨੂੰ ਮੂੰਹ ਕਰਕੇ ਮੁਸਲਮਾਨ ਭਰਾਵਾਂ ਨੇ ਕਦੇ ਉਜ਼ੂ ਵੀ ਨਹੀਂ ਕੀਤਾ, ਕੁਰਲੀ ਵੀ ਨਹੀਂ ਕੀਤੀ ਗੀ। ਤੇ ਇਹ ਨਹੀਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਪਾਤਸ਼ਾਹ, ਇਹ ਨਾ ਸਾਡੇ ਮਜ਼ਹਬ ਦੇ ਵਿੱਚ ਰੀਤ ਆ, ਅਸੀਂ ਤਾਂ ਕੁਰਲੀ ਵੀ ਨਹੀਂ ਕਰਦੇ, ਮੱਕੇ ਬੰਨੀ ਮੂੰਹ ਕਰਕੇ। ਤੇ ਅੱਜ ਵੀ ਨਾ ਤੁਸੀਂ ਕਿਤੇ ਮਰਜੀ ਜਾਓ ਤੇ ਜਿਹੜੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਪਤਾ ਹੋਵੇ ਨਾ ਵੀ ਇਸ ਬੰਨੇ, ਮਤਲਬ ਕਿ ਲੋਕੇਸ਼ਨ ਦੇ ਮੁਤਾਬਕ ਵੀ ਇਸ ਬੰਨੇ ਮੱਕਾ ਗਾ, ਜਾਣੀ ਕਿ ਕਾਬਾ ਗਾ, ਤੇ ਉਧਰ ਨੂੰ ਪੈਰ ਕਰਕੇ ਆਪਣੇ ਘਰ ਦੇ ਵਿੱਚ ਵੀ ਨਹੀਂ ਸੌਂਦੇ, ਉਹਨਾਂ ਦੀ ਭਾਵਨਾ ਹੈ। ਪਰ ਗੁਰੂ ਨਾਨਕ ਸਾਹਿਬ ਨੂੰ ਕੀ ਕਿਹਾ, ਮਾਲਕਾ ਜਿਵੇਂ ਤੈਨੂੰ ਚੰਗਾ ਲੱਗਦਾ, ਮੇਰੇ ਵਾਸਤੇ ਤਾਂ ਤੂੰ ਹੀ ਸਭ ਤੋਂ ਵੱਡਾ ਅੱਲਾ ਤੇ ਤੂੰ ਹੀ ਸਭ ਤੋਂ ਵੱਡਾ ਰੱਬ ਆ, ਮੈਂ ਹੋਰ ਕਿਹੜੇ ਰੱਬ ਦੀ ਗੱਲ ਕਰਾਂ, ਜਿਵੇਂ ਤੈਨੂੰ ਚੰਗਾ ਲੱਗਦਾ ਨਾ ਉਵੇਂ ਠੀਕ ਆ, ਜਿਵੇਂ ਤੈਨੂੰ ਚੰਗਾ ਲੱਗਦਾ ਗਾ। ਪਰ ਚੇਤਾ ਰੱਖਿਓ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਕਾਜੀ ਦੇ ਨਾਲ ਇੰਨੀਆਂ ਕੁ ਵਿਚਾਰਾਂ ਕੀਤੀਆਂ ਵੀ ਮੇਰਾ ਪੈਰ ਮੇਰੀਆਂ ਲੱਤਾਂ ਉਧਰਲੇ ਬੰਨੇ ਕਰਦੇ ਜਿੱਧਰ ਰੱਬ ਹੈ ਨਹੀਂ, ਪਰ ਰੱਬ ਹਰ ਥਾਂ ਤੇ ਹਾਜ਼ਰ ਹੈ। ਮੈਨੂੰ ਤਾਂ ਚਾਰ ਚੁਫੇਰੇ ਦੀਂਦਾ ਗਾ, ਤੈਨੂੰ ਭਾਵੇਂ ਨਾ ਦੀਂਦਾ ਹੋਵੇ। ਬੰਦਾ ਤੂੰ ਵੀ ਧਰਮੀ ਆ ਤੇ ਅਸੀਂ ਵੀ ਯਾਤਰਾ ਕਰਨ ਆਏ ਆ, ਅਸੀਂ ਵੀ ਲਿਬਾਸ ਦੇਖ ਲਾ ਕਿਹੜਾ ਪਹਿਨਾ ਹੈਗਾ। ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਨੀਲੇ ਵਸਤਰ ਪਾ ਕੇ ਗਿਆ ਗੁਰੂ ਨਾਨਕ ਸਾਹਿਬ। ਭਾਵ ਮੱਕੇ ਜਾਣਾ ਨਾ, ਉਦਾਂ ਦਾ ਅੰਦਰ ਐਂਟਰ ਨਹੀਂ ਹੋਣ ਦੇਣਾ, ਉਹਨਾਂ ਵਰਗਾ ਬਣ ਕੇ ਗਿਆ ਗੁਰੂ ਨਾਨਕ ਸਾਹਿਬ। ਤੇ ਕਦੇ ਗਨੀ ਖਾਂ ਤੇ ਨਵੀ ਖਾਂ ਮਾਛੀਵਾੜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਿਬਾਸ ਵੀ ਨੀਲੇ ਹੀ ਪਹਿਨਾਉਂਦੇ ਨੇ। ਤੇ ਵਾਹਿਗੁਰੂ ਭਲਾ ਕਰੇ। ਤੇ ਸਿੱਖ ਮਤ ਦੇ ਵਿੱਚ ਨਾ ਗੁਰਬਾਣੀ ਦੇ ਵਿੱਚ ਵੀ ਜਾਂ ਰਹਿਤਨਾਮਿਆਂ ਦੇ ਵਿੱਚ ਵੀ ਨੀਲੇ ਰੰਗ ਦੀ ਬੜੀ ਗੱਲ ਕੀਤੀ ਆ, ਤੇ ਪਾਤਸ਼ਾਹ ਨੇ ਨਾ ਫਿਰ ਸਾਨੂੰ ਨੀਲਾ ਰੰਗ ਹੀ ਚੁਣ ਕੇ ਦਿੱਤਾ ਸੀਗਾ। ਵੈਸੇ ਰੰਗਾਂ 'ਚ ਉਲਝਣਾ ਕੋਈ ਨਹੀਂ, ਪਰ ਇੱਕ ਰੰਗ ਦਿੱਤਾ ਸੀ, ਉਹ ਵਾਹਿਗੁਰੂ ਭਲਾ ਕਰੇ, ਆਪਾਂ ਉਸ ਬੰਨੇ ਨਹੀਂ ਜਾਣਾਗਾ। ਪਰ ਗੁਰਦੇਵ ਪਾਤਸ਼ਾਹ ਜੀ ਦੀ ਇੱਕ ਬਖਸ਼ਿਸ਼ ਆ, ਉਹ ਆਪਾਂ ਇੱਥੇ ਥੋੜੀ ਜਿਹੀ ਗੱਲ ਕਰ ਲਈਏ ਵੀ ਭਾਵ ਤੇਰੇ ਤਨ ਤੇ ਅਜਿਹਾ ਲਿਬਾਸ ਨਾ ਹੋਵੇ, ਅਜਿਹਾ ਰੰਗ ਨਾ ਹੋਵੇ ਜਿਹੜਾ ਕਿ ਨਾਲੇ ਤਾਂ ਤੇਰਾ ਦਿਮਾਗ ਭਟਕ ਜੇ ਤੇ ਨਾਲੇ ਲੋਕਾਂ ਦਾ ਦਿਮਾਗ ਭਟਕ ਜੇ। ਤਾਈਓ ਨਾ ਚੇਤਾ ਰੱਖਿਓ, ਜਿਹੜੇ ਸਿਆਣੇ ਪ੍ਰਚਾਰਕ ਨੇ ਵਾਹਿਗੁਰੂ ਭਲਾ ਕਰੇ, ਵੈਸੇ ਸਾਰੇ ਸਿਆਣੇ ਨੇ, ਮੈਂ ਨਹੀਂ ਕਹਿੰਦਾ ਵੀ ਕੋਈ ਕਮਲਾ ਪ੍ਰਚਾਰਕ ਆ ਕੋਈ ਘਟੀਆ ਪ੍ਰਚਾਰਕ ਆ। ਜਿਹੜੇ ਸਿਆਣੇ ਨੇ ਉਹ ਸਿੰਪਲ ਤੇ ਆਮ ਲਿਬਾਸ ਦੇ ਵਿੱਚ ਪ੍ਰਚਾਰ ਕਰਦੇ ਨੇ, ਆਮ ਤੇ ਸਿੰਪਲ ਦੇ ਵਿੱਚ, ਜੋ ਮਤਲਬ ਕਿ ਆਮ ਜਿਹਾ ਰੰਗ ਆ ਵੀ ਲੋਕ ਰੋਜ਼ ਰੰਗ ਮੇਰੇ ਤਨ ਤੇ ਦੇਖਦੇ ਨਾ ਵੀ ਚਿੱਟੇ ਹੀ ਨੇ, ਤੇ ਲੋਕਾਂ ਦਾ ਮੇਰੇ ਕੱਪੜਿਆਂ ਵੱਲ ਧਿਆਨ ਹੀ ਨਾ ਆਵੇ। ਰੋਜ਼ ਲੋਕ ਦੇਖਦੇ ਨੇ ਖੱਟੀ ਨੀਲੀ ਪੱਗ ਬੰਨੀ ਆ ਤੇ ਲੋਕਾਂ ਦਾ ਮੇਰੀ ਪੱਗ ਵੱਲ ਧਿਆਨ ਹੀ ਨਾ ਆਵੇ। ਪਰ ਮਾਫ ਕਰਨਾ, ਅੱਜ ਦੇ ਤਾਂ ਬਹੁਤੇ ਅਜਿਹੇ ਪ੍ਰਚਾਰਕ ਵੀ ਆ ਜਿਨ੍ਹਾਂ ਨੂੰ ਨਾ ਜਿਵੇਂ ਇੱਕ ਇਉਂ ਕਹਿ ਲਈਏ ਆਪਾਂ ਵੀ ਭੈਣ ਨੂੰ ਵਿਆਹ ਵੇਲੇ ਤਿਆਰ ਕੀਤਾ ਜਾਂਦਾ, ਪਹਿਲਾਂ ਬਾਬਿਆਂ ਨੂੰ ਤਿਆਰ ਕੀਤਾ ਜਾਂਦਾ, ਫਿਰ ਸਟੇਜ ਤੇ ਲਿਆ ਜਾਂਦਾ ਗਾ। ਕਮਾਲ ਹੋਈ ਪਈ ਹੈਗੀ, ਸੋਚ ਕੇ ਦੇਖੋ। ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕੁ ਪਟਕੀਲੇ ਰੰਗ ਤੇ ਕਿੰਨੇ ਕੁ ਖਿੱਚਵੇਂ ਰੰਗ ਉਹ ਪਾ ਰਹੇ ਨੇ। ਲੋਕਾਂ ਦਾ ਧਿਆਨ ਬਾਬੇ ਦੀ ਪੱਗ ਤੇ ਖੜਾ, ਲੋਕਾਂ ਦਾ ਧਿਆਨ ਬਾਬੇ ਦੇ ਹਜੂਰੀਏ ਤੇ ਖੜਾ, ਗਲ 'ਚ ਪਾਏ ਹੋਏ ਪਰਨੇ ਤੇ ਖੜਾ ਗਾ। ਹੁਣ ਇਹਦਾ ਕੰਮ ਤਾਂ ਕੇਵਲ ਜਦੋਂ ਕੋਈ ਹਰਕਤ ਆ ਗਈ ਉਦੋਂ ਆਪਾਂ ਹੱਥ ਮੂੰਹ ਪੂੰਝਣਾ ਗਾ, ਇਹਦਾ ਕੰਮ ਤਾਂ ਇਹੀ ਹੈ ਨਾ। ਤੇ ਬਾਬੇ ਦੇ ਲਾ ਲਓ, ਹੱਥ ਪੂੰਝਣ ਵਾਲੇ ਅੱਡ ਨੇ, ਗਲ 'ਚ ਪਾਉਣ ਵਾਲਾ ਆਡਾ, ਮੋਢਿਆਂ ਤੇ ਰੱਖਣ ਵਾਲਾ ਆਡਾ। ਪਤਾ ਹੀ ਨਹੀਂ ਲੱਗਦਾ ਗਾ ਵੀ ਬਾਬੇ ਦਾ ਵਿਆਹ ਹੋਣ ਵਾਲਾ ਕਿ ਬਾਬਾ ਪ੍ਰਚਾਰ ਕਰਨ ਆਇਆ ਗਾ। ਸੋਚ ਕੇ ਦੇਖੋ। ਸੋ ਵਾਹਿਗੁਰੂ ਭਲਾ ਕਰੇ। ਗੁਰੂ ਨਾਨਕ ਸਾਹਿਬ ਨੇ ਫਿਰ ਸਾਡੇ ਤੇ ਬਖਸ਼ਿਸ਼ ਕੀਤੀ ਆ, ਪੁੱਤ ਤੂੰ ਆਹੀ ਪਹਿਨ ਲਿਆ ਕਰ ਇੱਕ ਰੰਗ ਦਾ, ਬਸ। ਵਰਦੀ ਰੋਜ਼ ਬੱਚਿਆਂ ਦੀ ਇੱਕੋ ਰੰਗ ਦੀ ਹੈ ਨਾ, ਇੱਕੋ ਰੰਗ ਦੀ ਆ, ਤੇ ਕਿਸੇ ਬੱਚੇ ਦਾ ਧਿਆਨ ਹੀ ਨਹੀਂ ਜਾਂਦਾ ਵੀ ਕਿਹਦੇ ਕਿਹੋ ਜਿਹੇ ਕੱਪੜੇ ਪਾਇਆ, ਕਿਹਦੇ ਕਿਹੋ ਜਿਹੇ ਨਹੀਂ ਪਾਏ। ਇੱਕ ਰੰਗ ਆ, ਬਸ ਸਾਰਿਆਂ ਦਾ ਇੱਕੋ ਹੀ ਧਿਆਨ ਆ।
ਸੋ ਵਾਹਿਗੁਰੂ ਭਲਾ ਕਰੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਦਾਂ ਦੀਆਂ ਵਿਚਾਰਾਂ ਕੀਤੀਆਂ ਤੇ ਲੋਕਾਂ ਦਾ ਇਕੱਠ, ਬਹੁਤ ਭਰਮਾ ਇਕੱਠ ਹੋ ਗਿਆ। ਇੱਕ ਗੱਲ ਕਹੀ ਜਾਂਦੀ ਹੈ ਵੀ ਜਦੋਂ ਕਾਜੀ ਨੇ ਗੁਰੂ ਨਾਨਕ ਸਾਹਿਬ ਦੀਆਂ ਲੱਤਾਂ ਫੜ ਕੇ ਘੜੀਸਿਆ, ਟੰਗੋਂ ਪਕੜ ਘੜੀਸਿਆ, ਤੇ ਕਹਿੰਦੇ ਮੱਕਾ ਘੁੰਮ ਗਿਆ। ਵਾਹਿਗੁਰੂ ਭਲਾ ਕਰੇ। ਉਹਦੇ ਘੁੰਮਣ ਤੋਂ ਭਾਵ ਕੀ ਹੈ? ਇਦਾਂ ਦਾ ਦੁਰਵਿਹਾਰ ਕਰਨ ਤੇ ਬਾਬਾ ਬੋਲਿਆ ਨਰਮ ਸੁਭਾਅ ਦੇ ਨਾਲ। ਬਾਬੇ ਦਾ ਨਰਮ ਸੁਭਾਅ ਵੇਖ ਕੇ, ਕਾਜੀ ਦੀ ਇਹ ਭੈੜੀ ਹਰਕਤ ਵੇਖ ਕੇ ਲੋਕਾਂ ਦਾ ਇਕੱਠ ਹੋ ਗਿਆ। ਉਸ ਇਕੱਠ ਨੂੰ ਇਹ ਦਰਸਾਇਆ ਗਿਆ ਵੀ ਸਾਰੇ ਗੁਰੂ ਨਾਨਕ ਸਾਹਿਬ ਦੇ ਹੱਕ 'ਚ ਖੜ ਗਏ ਵੀ ਤੇਰੀ ਗੱਲ ਗਲਤ ਆ ਭਾਈ। ਜੇ ਫਿਰ ਕੀ ਹੋ ਗਿਆ ਜੇ ਲੱਤਾਂ ਇੱਧਰ ਕਰ ਲਈਆਂ ਸੀ? ਸਾਰੇ ਗੁਰੂ ਨਾਨਕ ਸਾਹਿਬ ਦੇ ਹੱਕ 'ਚ ਖੜ ਗਏ, ਕਿਉਂਕਿ ਗੁਰੂ ਨਾਨਕ ਬਾਬੇ ਨੇ ਕਹਿਤਾ ਵੀ ਅਸੀਂ ਤਾਂ ਪਰਦੇਸੀ ਆ, ਥੱਕੇ ਆ, ਤੇ ਥੱਕਿਆਂ ਦੀਆਂ ਲੱਤਾਂ ਕਿੱਧਰ ਨੇ, ਬਾਹਾਂ ਕਿੱਧਰ ਨੇ, ਕੋਈ ਜੱਜਮੈਂਟ ਨਹੀਂ ਹੁੰਦੀਗੀ। ਆਪਾਂ ਨੂੰ ਕਿਹੜਾ ਹੁੰਦੀ? ਜਦੋਂ ਬੰਦਾ ਥੱਕਿਆ ਨਾ ਤੇ ਕੋਈ ਪਤਾ ਨਹੀਂ ਲੱਗਦਾ ਵੀ ਕਿੱਧਰ ਲੱਤਾਂ ਕਿੱਧਰ ਮੂੰਹ, ਕੀ ਆ ਕੀ ਨਾ, ਜਿੱਥੇ ਨੀਂਦ ਆ ਗਈ ਬਸ। ਇਹੀ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਕਿਹਾ, ਭਰਾਵਾ ਥੱਕੇ ਆ, ਤੇਰੇ ਕਾਬੇ ਵੱਲ ਲੱਤਾਂ ਹੋ ਗਈਆਂ ਤੇ ਤੂੰ ਉਧਰ ਨੂੰ ਕਰਦੇ ਲੱਤਾਂ ਜਿੱਧਰ ਰੱਬ ਨਹੀਂ ਹੈ। ਮਾਫ ਕਰਨਾ, ਗੁਰੂ ਸਾਹਿਬ ਦੀਆਂ ਇੰਨੀਆਂ ਕੁ ਵਿਚਾਰਾਂ ਨੇ ਲੋਕਾਂ ਨੂੰ ਖਿੱਚ ਲਿਆ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਵਾਹਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਆ, ਵੀ ਤੁਹਾਡੇ ਲਫ਼ਜ਼ ਨੇ ਜਿਹੜੇ ਇਹ ਬੜੇ ਪਿਆਰੇ ਲੱਗਦੇ ਆ ਸਾਨੂੰ। ਪਹਿਲਾਂ ਤਾਂ ਲੱਤਾਂ ਹੀ ਵੱਜੀਆਂ, ਖਿੱਚਿਆ ਵੀ ਗਿਆ, ਘੜੀਸਿਆ ਵੀ ਗਿਆ, ਹੁਣ ਵਿਚਾਰ ਕਰਨ ਦੇ ਲਈ ਤਿਆਰ ਹੋ ਗਏ। ਹੁਣ ਬਾਬਾ ਨਾਨਕ ਬੋਲਦਾ ਆਪਣੇ ਅੰਦਰ ਹੀ, ਕਹਿੰਦਾ ਮੈਂ ਤਾਂ ਤੁਰੇ ਵਿਚਾਰ ਕਰਨ ਵਾਸਤੇ ਆ, ਤੁਹਾਡੇ ਨਾਲ ਮੈਂ ਤਾਂ ਵਿਚਾਰ ਕਰਨ ਦਾ ਮਿਸ਼ਨ ਲੈ ਕੇ ਤੁਰਿਆਂਗਾ। ਤੇ ਭਾਈ ਗੁਰਦਾਸ ਨੇ ਉੱਥੇ ਆਪਣੀ ਪਾਵਨ ਬਾਣੀ ਦੇ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਪੁੱਛਣ ਗੱਲ ਅਮਾਨ ਦੀ। ਹੁਣ ਕਾਜੀ ਇਕੱਠੇ ਹੋ ਗਏ, ਮੁਲਾਣੇ ਇਕੱਠੇ ਹੋ ਗਏ, ਇੱਕ ਨਹੀਂ ਅਨੇਕਾਂ। ਪਾਤਸ਼ਾਹ ਤੁਸੀਂ ਕਿਹਾਗਾ ਵੀ 4 ਚੁਫੇਰੇ ਅੱਲਾ, ਰਾਮ, ਵਾਹਿਗੁਰੂ ਭਗਵਾਨ ਹੈ, ਤੇ ਹੁਣ ਅਸੀਂ ਤੁਹਾਡੇ ਕੋਲੋਂ ਨਾ ਇੱਕ ਗੱਲ ਪੁੱਛਦੇ ਹਾਂ। ਸਵਾਲ ਚੱਲ ਪਏ ਨਾ, ਪੁੱਛਣ ਗੱਲ ਅਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਆਮ ਲੋਕ ਨਹੀਂ ਇਕੱਠੇ ਹੋਏ, ਗੱਲਾਂ ਪੁੱਛਣ ਵਾਲੇ, ਚਰਚਾ ਕਰਨ ਵਾਲੇ ਬੜੇ ਵੱਡੇ ਸਕਾਲਰ ਨੇ, ਬੜੇ ਵੱਡੇ ਵਿਦਵਾਨ ਨੇ। ਕਾਜੀ ਨੇ, ਮੁਲਾਣੇ ਨੇ ਵੱਡਾ ਸੰਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਬਹੁਤ ਵੱਡਾ ਇੱਕ ਸੰਗ ਵਰਤਾਇਆ ਗਿਆ, ਇਕੱਠ ਹੋ ਗਿਆ। ਫਿਰ ਕੀ ਕਹਿੰਦੇ ਨੇ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਹੁਣ ਗੁਰੂ ਨਾਨਕ ਸਾਹਿਬ ਨੂੰ ਇੱਥੇ ਸਵਾਲ ਕੀਤਾ ਇਹਨਾਂ ਨੇ, ਕਹਿੰਦੇ ਵੀ ਇਉਂ ਦੱਸੋ ਹਿੰਦੂ ਵੱਡਾ ਜਾਂ ਮੁਸਲਮਾਨ? ਇਹ ਗੱਲ ਦੱਸੋ ਤੁਸੀਂ। ਪੁੱਛਣ ਗੱਲ ਅਮਾਨ ਦੀ, ਤੁਸੀਂ ਸਾਨੂੰ ਇਮਾਨਦਾਰੀ ਨਾਲ ਦੱਸੋ। ਤੇ ਹੁਣ ਆਪਾਂ ਸਾਰੀ ਗੱਲ ਨੂੰ ਸੋਚੋ, ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਹੋਣਾ ਵੀ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ ਹੈਗਾ? ਹੁਣ ਇਸ ਗੱਲ ਨੂੰ ਆਪਾਂ ਇੱਥੇ ਰੋਕ ਕੇ ਨਾ ਆਪਾਂ ਆਪਣੇ ਤੇ ਗੱਲ ਲਿਆਓ। ਲੋਕਾਂ ਦਾ ਸੁਭਾਗ ਆ ਲੋਕ, ਜਾਂ ਬਾਬਿਆਂ ਦਾ ਸੁਭਾਗ ਆ ਬਾਬੇ, ਲੋਕਾਂ ਦਾ ਮੂੰਹ ਵੇਖ ਕੇ ਗੱਲ ਕਰਦੇ ਆ। ਆਪਾਂ ਵੀ ਇਮਾਨਦਾਰੀ ਨਾਲ ਆਪਣੇ ਅੰਦਰ ਨੂੰ ਪੁੱਛ ਕੇ ਵੇਖੋ, ਸਾਡਾ ਵੀ ਸਾਰਿਆਂ ਦਾ ਸੁਭਾਅ ਇਹੀ ਆ। ਨਹੀਂ ਹੈਗਾ ਤਾਂ ਬਾਅਦ ਵਿੱਚ ਤੁਸੀਂ ਦੱਸ ਦਿਓ ਵੀ ਨਹੀਂ ਮੇਰਾ ਸੁਭਾਅ ਇਹੋ ਜਿਹਾ ਨਹੀਂ ਹੈਗਾ। ਅਸੀਂ ਲੋਕਾਂ ਦਾ ਮੂੰਹ ਵੇਖ ਕੇ ਗੱਲ ਕਰਦੇ ਆ। ਜੇ ਲੋਕ ਕਿਹੋ ਜਿਹਾ ਸੁਭਾਅ ਲੈ ਕੇ ਆ ਰਹੇ ਨੇ, ਅਸੀਂ ਉਦਾਂ ਹੀ ਢਲ ਜਾਂਦੇ ਆ। ਮੈਂ ਆਪਣੇ ਤੇ ਵੀ ਗੱਲ ਕਰਦਾ, ਆਪਣੇ ਤੁਹਾਡੇ ਤੇ ਵੀ ਗੱਲ ਕਰਦਾ, ਸਾਰਿਆਂ ਦਾ ਸੁਭਾਅ ਇਹੀ ਆ, ਬਾਬਿਆਂ ਦਾ ਸੁਭਾਅ ਵੀ ਇਹੀ ਆ। ਜਿਹੋ ਜਿਹੇ ਲੋਕ ਉਹੋ ਜਿਹੀ ਗੱਲ ਆ। ਇੱਥੇ ਕਥਾ ਕੀਰਤਨ ਕਰਨਾ ਹੁੰਦੇ ਨਾ, ਭੋਗ ਵਾਲੇ ਸੱਦ ਲੈਂਦੇ ਨੇ, ਬਸ ਜਿਹੋ ਜਿਹਾ ਪਰਿਵਾਰ ਹੁੰਦਾ, ਮੇਰੇ ਵਰਗਾ ਬਾਬਾ ਉਹੋ ਜਿਹੇ ਗੁਣ ਗਾ ਕੇ ਚਲਾ ਜਾਂਦਾ, ਇਵੇਂ ਆ। ਤੇ ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੈਨੂੰ ਹੁਣ ਸੱਚੀ ਮੁੱਚੀ ਨਾ ਵੱਡਾ ਕਹਿਣ ਨੂੰ ਜੀ ਕਰਦਾਗਾ, ਸੱਚੀ ਮੁੱਚੀ ਵੱਡਾ ਕਹਿਣ ਨੂੰ। ਸਭ ਤੇ ਵੱਡਾ ਸਤਿਗੁਰੂ ਨਾਨਕ। ਮੈਂ ਲੋਕਾਂ ਮਗਰ ਲੱਗ ਕੇ ਨਹੀਂ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਵੱਡਾ ਗਾ। ਅੱਜ ਤਾਂ ਆਪਾਂ ਹਰੇਕ ਹੀ ਕਹਿ ਦਿੰਦੇ ਆ ਬਾਬੇ ਨਾਨਕ ਵਰਗਾ ਕਿਹੜਾ ਬਣ ਜੂਗਾ। ਨਹੀਂ, ਉਹਨੇ ਤਾਂ ਸਬਕ ਸਿਖਾਇਆ ਵੀ ਮੇਰੇ ਵਰਗੇ ਬਣੋ, ਉਹਨੇ ਤਾਂ ਸਾਨੂੰ ਸਮਝਾਇਆ ਬਣੋ ਮੇਰੇ ਵਰਗੇ, ਪਰ ਅਸੀਂ ਬਣਨ ਨੂੰ ਤਿਆਰ ਨਹੀਂ। ਉਹ ਤਾਂ ਬਣਾਉਂਦਾ, ਉਹ ਤਾਂ ਕਹਿੰਦਾ ਮੈਥੋਂ ਦਾਤ ਲਓ ਆ ਕੇ, ਜੋ ਤੁਹਾਨੂੰ ਚਾਹੀਦਾ ਮੈਥੋਂ ਲੈ ਲਓ, ਪਰ ਮੇਰੇ ਵਰਗੇ ਬਣ ਜਾਓ। ਤੇ ਹੁਣ ਗੁਰੂ ਨਾਨਕ ਸਾਹਿਬ ਨੇ ਨਾ
ਉਹਨਾਂ ਦਾ ਇਕੱਠ ਵੇਖ ਕੇ, ਵੱਡੇ ਵੱਡੇ ਕਾਜੀ ਮੁਲਾਣੇ ਵੇਖ ਕੇ, ਮੂੰਹ ਵੇਖ ਕੇ ਗੱਲ ਨਹੀਂ ਕੀਤੀ। ਤੇ ਗੁਰੂ ਨਾਨਕ ਸਾਹਿਬ ਨੇ ਨਾ ਬੜੀ ਪਿਆਰੀ ਗੱਲ ਕਹੀ ਆ। ਪਾਤਸ਼ਾਹ ਜੀ ਕਹਿੰਦੇ ਨਾ, ਹਿੰਦੂ ਮੁਸਲਮਾਨ ਹਾਜੀਆਂ ਸੁਭ ਆਮਲਾ ਵਾਜੋ ਦੋਨੋਂ ਰੋਈ। ਗੁਰੂ ਨਾਨਕ ਸਾਹਿਬ ਕਹਿੰਦੇ ਭਾਵੇਂ ਹਿੰਦੂ ਆ, ਭਾਵੇਂ ਮੁਸਲਮਾਨ ਆ, ਭਾਵੇਂ ਕਾਜੀ ਆ। ਇੱਥੇ ਤਿੰਨੇ ਕੈਟਾਗਰੀਆਂ ਦਾ ਨਾਂ ਲਿੱਤਾ ਗਿਆ, ਮੁਸਲਮਾਨ ਆਮ ਲੋਕ, ਹਿੰਦੂ ਆਮ ਲੋਕ, ਤੇ ਫਿਰ ਅੱਗੇ ਗੱਲ ਕੀ ਹੈ, ਕਾਜੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਕਾਜੀ ਨੇ, ਭਾਵੇਂ ਜਿਵੇਂ ਆਪਾਂ ਕਹਿ ਦਈਏ ਭਾਵੇਂ ਸੰਗਤ ਆ, ਤੇ ਭਾਵੇਂ ਗ੍ਰੰਥੀ ਆ, ਤੇ ਭਾਵੇਂ ਪ੍ਰਚਾਰਕ ਆ, ਤੇ ਭਾਵੇਂ ਢਾਡੀ ਆ। ਇੱਥੇ ਲਿਬਾਸ ਵੇਖ ਕੇ ਨਹੀਂ ਕਹਿਣਾ ਵੀ ਤੇਰੇ ਕਰਮ ਤਾਂ ਚੰਗੇ ਨੇ, ਵੀ ਤੂੰ ਤਾਂ ਵਾਲਾ ਵਧੀਆ ਗਾ। ਪਾਤਸ਼ਾਹ ਜੀ ਕਹਿੰਦੇ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਗੁਰੂ ਸਾਹਿਬ ਜੀ ਕਹਿੰਦੇ ਜੇ ਤੁਹਾਡੇ ਵਿੱਚ ਨਾ ਸ਼ੁਭ ਅਮਲ ਨਹੀਂ ਹਨ ਤਾਂ ਦੋਨੀ ਨਿਕੰਮੇ ਹੋ, ਨਾ ਹਿੰਦੂ ਤੇ ਨਾ ਮੁਸਲਮਾਨ। ਜੋ ਉਸ ਟਾਈਮ ਤੇ ਸਿੱਖਾਂ ਦੀ ਗਿਣਤੀ ਵੱਧ ਹੁੰਦੀ, ਸ਼ਾਇਦ ਭਾਈ ਗੁਰਦਾਸ ਜੀ ਨੇ ਇੱਥੇ ਅੱਜ ਦੇ ਲੋਕਾਂ ਨੂੰ ਦੇਖ ਕੇ ਸਿੱਖਾਂ ਦਾ ਨਾਂ ਵੀ ਵਿੱਚ ਐਡ ਕਰ ਦੇਣਾ ਸੀ, ਵੀ ਭਾਈ ਸਿੱਖ ਵੀ ਇਸੇ ਲੈਣ 'ਚ ਹੀ ਨੇ। ਜੇ ਅਮਲ ਨਹੀਂ ਹਨ, ਚੰਗਿਆਈ ਨਹੀਂ ਹੈ, ਤਾਂ ਚੰਗਿਆਈ ਤੋਂ ਬਿਨਾਂ ਸਿੱਖ ਵੀ ਕਾਹਦਾ, ਚੰਗਿਆਈ ਤੋਂ ਬਿਨਾਂ ਕਾਜੀ ਵੀ ਕਾਹਦਾ, ਚੰਗਿਆਈ ਤੋਂ ਬਿਨਾਂ ਗ੍ਰੰਥੀ ਵੀ ਕਾਹਦਾ, ਚੰਗਿਆਈ ਤੋਂ ਬਿਨਾਂ ਕਿਸੇ ਮਰਜ਼ੀ ਉਹਦੇ ਦਾ ਨਾਂ ਲੈ ਲਓ, ਕਾਹਦਾ ਭਾਈ? ਫਿਰ ਕੀ ਲੋੜ ਆ, ਕੀ ਮਤਲਬ ਆ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਕਹਿੰਦੇ ਜੇ ਭਾਈ ਤੁਹਾਡੇ ਵਿੱਚ ਸ਼ੁਭ ਅਮਲ ਨਹੀਂ ਹਨ ਤਾਂ ਦੋਨੀ ਨਿਕੰਮੇ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਤੇ ਦਿੱਤਾ। ਫਿਰ ਅੱਗੇ ਗੁਰੂ ਨਾਨਕ ਸਾਹਿਬ ਨੂੰ ਕੀ ਕਹਿੰਦੇ ਨੇ, ਕੱਚਾ ਰੰਗ ਕੁਸੰਭ ਕਾ ਪਾਣੀ ਧੋਤੈ ਥਿਰ ਨਾ ਰੋਈ। ਇਹ ਤਾਂ ਭਾਈ ਤੁਹਾਡਾ ਸੁਭਾਅ ਨਾ ਕੁਸੰਬੇ ਦੇ ਰੰਗ ਵਰਗਾ, ਜਦੋਂ ਕੁਸੰਬੇ ਦੇ ਰੰਗ ਤੇ ਪਾਣੀ ਪੈ ਗਿਆ ਨਾ ਉਹ ਲਹਿ ਜਾਂਦਾ। ਤੇ ਤੁਹਾਡਾ ਲਿਬਾਸ ਉੱਪਰਲਾ ਚਾਹੇ ਮੁਸਲਮਾਨੀ ਭੇਖ ਆ ਤੇ ਚਾਹੇ ਹਿੰਦੂਆਂ ਵਾਲਾ ਭੇਖ ਆ, ਇਹ ਤਾਂ ਪਾਣੀ ਵਾਹਿਗੁਰੂ ਕੱਚੇ ਰੰਗ ਵਰਗਾ ਗਾ। ਜਦੋਂ ਇਹਦੇ ਤੇ ਸੱਚ ਦਾ ਪਾਣੀ ਪੈ ਗਿਆ ਨਾ ਇਹਨੇ ਲਹਿ ਜਾਣਾਗਾ। ਤੇ ਬਾਬੇ ਨਾਨਕ ਨੇ ਸੱਚ ਦਾ ਪਾਣੀ ਛਿੜਕ ਕੇ ਸਾਰਿਆਂ ਦਾ ਉੱਥੇ ਮਤਲਬ ਕਿ ਕੱਚਾ ਰੰਗ ਉਤਾਰ ਦਿੱਤਾ, ਜਾਣੀ ਕਿਉਂ ਕਹਿ ਲੋ ਪਾਜ ਉਘੇੜ ਦਿੱਤਾ। ਪਾਜ ਉਘੇੜ ਦਿੱਤਾ ਨਾ। ਹੁਣ ਅਗਲੀ ਗੱਲ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਮੱਕੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਸੱਚ ਦਾ। ਨੰਬਰ 1 ਤੇ ਅੱਜ ਤੱਕ, ਜਾਂ ਇਉਂ ਕਹਿ ਲੋ ਮੁਹੰਮਦ ਆਦਮ ਤੋਂ ਲੈ ਕੇ ਉਸ ਤੋਂ ਬਾਅਦ ਮੁਹੰਮਦ ਨੂਹ, ਮੁਹੰਮਦ ਇਬਰਾਹਿਮ, ਹਜ਼ਰਤ ਮੁਹੰਮਦ ਨੇ ਇਹ ਇਮਾਰਤ ਬਣਵਾਈ ਸੀ, ਜਿਹੜੀ ਇਮਾਰਤ ਦੇ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਨੇ। ਪਹਿਲਾਂ ਸਭ ਤੋਂ ਪਹਿਲਾਂ ਕਿਹਨੇ ਬਣਾਈ ਆ? ਮੁਹੰਮਦ ਆਦਮ ਨੇ। ਇਹ ਇਹਨਾਂ ਦਾ ਸਭ ਤੋਂ ਵੱਡਾ ਪਹਿਲਾ ਪੈਗੰਬਰ ਹੋਇਆ, ਮੁਹੰਮਦ ਆਦਮ, ਫਿਰ ਮੁਹੰਮਦ ਨੂਹ, ਫਿਰ ਮੁਹੰਮਦ ਇਬਰਾਹਿਮ, ਫਿਰ ਮੁਹੰਮਦ ਹਜ਼ਰਤ, ਜਾਨੀ ਕਿ ਹਜ਼ਰਤ ਮੁਹੰਮਦ। ਤੇ ਹਜ਼ਰਤ ਮੁਹੰਮਦ ਨੇ ਇਹ ਇਸ ਥਾਂ ਤੇ ਨਾ ਮੂਰਤਾਂ ਸੀਗੀਆਂ, ਤੇ ਸਾਰੀਆਂ ਮੂਰਤਾਂ ਚੱਕ ਕੇ ਭਰਾ ਸੁੱਟ ਦਿੱਤੀਆਂ ਸੀ, ਸਾਰੀਆਂ ਮੂਰਤਾਂ, ਇੱਕ ਵੀ ਮੂਰਤ ਨਹੀਂ ਰੱਖੀ। ਤੇ ਤਾਈਓ ਇਹ ਲੋਕ ਮੂਰਤਾਂ ਦੇ ਪੁਜਾਰੀ ਨਹੀਂ ਹਨ, ਬਸ ਕੇਵਲ ਤੇ ਕੇਵਲ ਇੱਕ ਵਿੱਚ ਕਬਰ ਬਣਾਈ ਆ। ਉਹ ਕਬਰ ਵੀ ਬਾਬੇ ਨਾਨਕ ਨੇ ਤਾਂ ਮੂਰਤੀ ਕਿਹਾ, ਪਰ ਉਹ ਨਹੀਂ ਉਹਨੂੰ ਮੂਰਤ ਕਹਿੰਦੇ, ਉਹ ਵੱਡੀ ਆਪਣੀ ਨਿਸ਼ਾਨੀ ਮੰਨਦੇ ਨੇ। ਜੋ ਵਾਹਿਗੁਰੂ ਭਲਾ ਕਰੇ। ਫਿਰ ਜਿਹੜੀ ਮੱਕੇ ਦੀ ਇਮਾਰਤ ਆ, ਵਾਹਿਗੁਰੂ ਕਾਬੇ ਦੀ ਇਮਾਰਤ ਆ, ਇਹਦਾ ਨਕਸ਼ਾ ਵੀ ਸਾਡੇ ਇਤਿਹਾਸਕਾਰਾਂ ਨੇ ਬੜਾ ਸੋਹਣਾ ਲਿਖਿਆ। ਉਹ ਪੂਰਾ ਗੁਣੀਏ ਚ ਨਹੀਂ ਹੈ, ਚੌਰਸ ਨਹੀਂ ਹੈ ਜਾਂ ਗੋਲ ਨਹੀਂ ਹੈ। ਉਹਦੀ ਇੱਕ ਬਾਹੀ 33 ਗਜ, ਦੂਜੀ ਬਾਹੀ 31 ਗਜ, ਤੀਜੀ ਬਾਹੀ 22 ਗਜ, ਫਿਰ 20 ਗਜ, ਤੇ 34 ਫੁੱਟ ਦੀ ਉਚਾਈ। ਤੇ ਇਹਦੇ ਚ 5 ਫੁੱਟ ਦਾ ਇੱਕ ਪੱਥਰ ਲੱਗਿਆ ਹੋਇਆ। ਜਿਹੜਾ ਪੱਥਰ ਲੱਗਿਆ ਹੋਇਆਗਾ ਉਹਨੂੰ ਇਹ ਪਵਿੱਤਰ ਪੱਥਰ ਮੰਨਦੇ ਨੇ। ਤੇ ਜਿੰਨੇ ਉੱਥੇ ਲੋਕ ਹੱਜ ਕਰਨ ਜਾਂਦੇ ਨੇ, ਸਾਰੇ ਲੋਕ ਉਹ ਪੱਥਰ ਨੂੰ ਚੁੰਮਦੇ ਨੇ। ਦੇਖੋ ਇਹਨਾਂ ਦੀ ਭਾਵਨਾ। ਵਾਹਿਗੁਰੂ ਭਲਾ ਕਰੇ, ਉਹਨਾਂ ਦੀ ਭਾਵਨਾ ਸਤਿਕਾਰਯੋਗ ਆ, ਸਲਾਮ ਕਰਦੇ ਆਪਾਂ। ਵਾਹਿਗੁਰੂ ਜਿਵੇਂ ਚੰਗਾ ਲੱਗਦਾ ਉਹਨਾਂ ਦਾ ਮੱਤ ਆ, ਪਰ ਬਾਬੇ ਨਾਨਕ ਨੇ ਉੱਥੇ ਸੱਚ ਦਾ ਪ੍ਰਚਾਰ ਕੀਤਾਗਾ। ਆਪਾਂ ਗੱਲ ਵਿੱਚੋਂ ਮੇਨ ਆ ਵੇਖਣੀ ਆ, ਉੱਥੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਪ੍ਰਚਾਰ ਕੀਤਾ। ਤੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਪ੍ਰਚਾਰ ਕੀਤਾ ਨਾ, ਉੱਥੇ ਕੁਝ ਕੁ ਹਕੀਕਤ 'ਚ ਵਰਤੀਆਂ ਹੋਈਆਂ ਗੱਲਾਂ ਉਹ ਵੇਖੋ ਹੁਣ ਆਪਾਂ 1-2 ਮਿੰਟਾਂ 'ਚ। ਨੰਬਰ 1 ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਕਾਬੇ ਦੇ ਵਿੱਚ ਕੋਈ ਗੈਰ ਧਰਮ ਵਾਲਾ ਐਂਟਰ ਨਹੀਂ ਹੋਇਆ ਅੱਜ ਤੱਕ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ
ਗੁਰੂ ਨਾਨਕ ਸਾਹਿਬ ਤੋਂ ਬਾਅਦ ਵੀ ਗੈਰ ਧਰਮ ਦਾ ਕੋਈ ਪ੍ਰਚਾਰਕ ਉੱਥੇ ਐਂਟਰ ਨਹੀਂ ਹੋਇਆ ਅੱਜ ਤੱਕ। ਕਦੇ ਸੁਣਿਆ ਆਪਾਂ ਵੀ ਉੱਥੇ ਭਾਈ ਸਾਡੇ ਕੋਈ ਸਿੱਖ ਪ੍ਰਚਾਰਕ ਗਏ ਜਿਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ, ਜਾਂ ਉੱਥੇ ਕੋਈ ਹਿੰਦੂ ਪ੍ਰਚਾਰਕ ਗਿਆ ਜਿਨ੍ਹਾਂ ਨੇ ਕੋਈ ਪ੍ਰਚਾਰ ਕੀਤਾ, ਜਾਂ ਯਿਸੂ ਮਸੀਹ ਵਾਲੇ ਘਰਾਂ 'ਚ ਤੁਰੇ ਫਿਰਦੇ ਨੇਗੇ ਵੀ ਇਹਨਾਂ ਦਾ ਕੋਈ ਵੱਡਾ ਪਾਸਟਰ ਉੱਥੇ ਗਿਆ ਵੀ ਉਹਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਗਿਆ, ਪਤਾ ਵੀ ਅਗਲੇ ਵੱਢ ਦੇਣਗੇ। ਮਾਫ ਕਰਨਾ, ਸਿੱਖਾਂ ਦੇ ਪ੍ਰਥਾਏ ਉਹਨਾਂ ਅੰਦਰ ਪਿਆਰ ਆ, ਇਹ ਗੱਲ ਨੋਟ ਕਰਿਓ। ਹੋਰਾਂ ਪ੍ਰਥਾਏ ਆਪਾਂ ਕਹਿ ਨਹੀਂ ਸਕਦੇ, ਪਰ ਜਿਹੜੀ ਅੱਜ ਦੀ ਮੱਤ ਆ ਉਹਨਾਂ ਦੀ, ਅੱਜ ਵੀ ਉਹ ਕਹਿੰਦੇ ਸਿੱਖਾਂ ਪ੍ਰਤੀ ਸਾਡਾ ਪਿਆਰ ਆ। ਕਿਉਂ? ਕਿਉਂਕਿ ਉੱਥੇ ਸਾਨੂੰ ਬਾਬਾ ਨਾਨਕ ਉੱਥੇ ਸਾਨੂੰ ਬਾਬਾ ਨਾਨਕ ਨਾ ਕਿਸੇ ਗੱਲ ਤੇ ਉਡੀਕਦਾ। ਉਹ ਕਿਹੜੀ ਗੱਲ ਤੇ ਉਡੀਕਦਾ? ਅਗਲੀ ਗੱਲ, ਜਿਹੜੀ ਗੱਲ ਇੱਕ ਤਾਂ ਹੋ ਗਈ ਨਾ ਵੀ ਅੱਜ ਤੱਕ ਉੱਥੇ ਕੋਈ ਸੱਚ ਦਾ ਜਿਹੜਾ ਹੋਕਾ ਦੇਣ ਵਾਲਾ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕੋਈ ਨਹੀਂ ਗਿਆ, ਨਾ ਅੱਗੇ ਗਿਆ ਨਾ ਪਿੱਛੇ ਗਿਆ। ਦੂਜੀ ਗੱਲ, ਮੁਹੰਮਦ ਸਾਹਿਬ ਦਾ ਇਹਨਾਂ ਲੋਕਾਂ ਕੋਲੇ ਸਿਰਫ ਤੇ ਸਿਰਫ ਇੱਕ ਦਾੜੀ ਦਾ ਵਾਲ ਆ, ਜਿਹਨੂੰ ਅੱਜ ਵੀ ਉਹ ਮੰਨਦੇ ਨੇ, ਪੂਜਦੇ ਨੇ, ਸਤਿਕਾਰ ਕਰਦੇ ਆ। ਸਿਰਫ ਇੱਕ ਵਾਲ ਦਾੜੀ ਦਾ, ਆਹੀ ਨਿਸ਼ਾਨੀ ਹੈ ਮੁਹੰਮਦ ਸਾਹਿਬ ਦੀ, ਹੋਰ ਕੋਈ ਨਿਸ਼ਾਨੀ ਨਹੀਂ ਹੈ। ਇਹਨਾਂ ਦਾ ਵੱਡਾ ਪੈਗੰਬਰ ਹੋਇਆ। ਤੇ ਪਰ ਚੇਤਾ ਰੱਖਿਓ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਬਾਬੇ ਨਾਨਕ ਦਾ ਇੰਨਾ ਸਤਿਕਾਰ ਕੀਤਾ। ਪਹਿਲਾਂ ਤਾਂ ਜੋ ਹੋ ਗਿਆ, ਬਾਬੇ ਨਾਨਕ ਦਾ ਇੰਨਾ ਕੁ ਸਤਿਕਾਰ ਕੀਤਾ, ਬਾਬੇ ਨਾਨਕ ਨੂੰ ਮੁੜਨ ਵੇਲੇ ਕਹਿੰਦੇ ਨਾ ਨਿਸ਼ਾਨੀ ਦੇ ਜਾ ਕੋਈ। ਬਾਬੇ ਨਾਨਕ ਨੂੰ ਮੁੜਨ ਵੇਲੇ ਉਹੀ ਕਾਜੀ, ਉਹੀ ਮਲਾਣੇ, ਉਹੀ ਮੁਸਲਮਾਨ ਭਰਾ ਕਹਿੰਦੇ ਨਿਸ਼ਾਨੀ ਦੇ ਜਾ ਕੋਈ, ਅਸੀਂ ਤੇਰੀ ਨਿਸ਼ਾਨੀ ਨੂੰ ਮੱਥਾ ਟੇਕਿਆ ਕਰਾਂਗੇ ਰੋਜ਼। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਦੀ ਉੱਥੇ ਲਿਖਿਆ ਖੜਾਓ ਆ, ਤੇ ਪਰ ਆਪਾਂ ਇਹ ਕਹਿ ਸਕਦੇ ਹਾਂ ਬਾਬੇ ਦੀ ਜੁੱਤੀ ਉਹਨਾਂ ਨੇ ਆਪਣੇ ਕਾਬੇ ਦੇ ਵਿੱਚ ਰੱਖ ਲਈ। ਅੱਜ ਵੀ ਮੰਨਿਆ ਜਾਂਦਾ ਵੀ ਉਹ ਜੁੱਤੀ ਉੱਥੇ ਪਈ ਆ। ਬਾਬੇ ਨਾਨਕ ਦੀ ਜੁੱਤੀ ਨੂੰ ਅੱਜ ਵੀ ਉਹ ਲੋਕ ਸਲਾਮ ਕਰਦੇ ਨੇ। ਕਿੱਡੀ ਵੱਡੀ ਨਿਸ਼ਾਨੀ ਬਾਬਾ ਛੱਡ ਕੇ ਆਇਆ, ਕਿੱਡੀ ਵੱਡੀ ਨਿਸ਼ਾਨੀ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜੇ ਸੱਚ ਦੀ ਗੱਲ ਕੀਤੀ ਆ, ਅਸਲੇ ਦੀ ਗੱਲ ਕੀਤੀ ਆ, ਪਿਆਰ ਦੀ ਗੱਲ ਕੀਤੀ ਆ, ਤਾਈਓ ਗੁਰੂ ਨਾਨਕ ਸਾਹਿਬ ਨੂੰ ਪਿਆਰ ਬਦਲੇ ਪਿਆਰ ਮਿਲਿਆ। ਐਵੇਂ ਨਹੀਂ ਕਿਸੇ ਦੀਆਂ ਕਹਾਵਤਾਂ ਬਣਾਈਆਂ, ਜਿਹੋ ਜਿਹਾ ਵਰਤਾਓ ਕਰੋਗੇ ਤੇ ਉਹੋ ਜਿਹਾ ਸੁਭਾਅ ਲੋਕ ਤੁਹਾਡੇ ਨਾਲ ਬਣਾਉਣਗੇ, ਪਰ ਉਹ ਸਾਡੇ ਤੇ ਡਿਪੈਂਡ ਆ ਵੀ ਅਸੀਂ ਕਿਹੋ ਜਿਹਾ ਸੁਭਾਅ ਬਣਾਉਣਾ ਤੇ ਕਿਹੋ ਜਿਹਾ ਸੁਭਾਅ ਨਹੀਂ ਬਣਾਉਣਾ ਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਸੱਚ ਦੀ ਆਵਾਜ਼ ਦਿੱਤੀ, ਸੱਚ ਦੀ ਗੱਲ ਕਹੀ, ਸ਼ੁਭ ਅਮਲਾਂ ਵਾਜੋ ਦੋਨੋਂ ਰੋਈ। ਤੇ ਉਹੀ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਸਾਨੂੰ ਵੀ ਇਹੀ ਉਪਦੇਸ਼ ਦਿੰਦੀ ਆ, ਭਾਵੇਂ ਰੋਜ਼ ਨਿਤਨੇਮ ਕਰੀ ਚੱਲ, ਰੋਜ਼ ਬਾਣੀ ਪੜ੍ਹੀ ਚੱਲ, ਰੋਜ਼ ਸਤ ਸੰਗਤ ਕਰੀ ਚੱਲ, ਰੋਜ਼ ਸੇਵਾ ਕਰੀ ਚੱਲ, ਲਗਾਤਾਰ ਨਿਰੰਤਰ ਕਰੀ ਚੱਲ ਕੰਮ, ਟੁੱਟਣ ਨਾ ਦੇ। ਕਈ ਵਾਰ ਆਪਾਂ ਕਹਿੰਦੇ ਨੇ ਮੈਂ ਨਾਂਗਾ ਨਹੀਂ ਟੁੱਟਣ ਦਿੱਤਾਗਾ, ਜਮਾ ਨਾ ਨਾਂਗਾ ਪੈਣ ਦੇ, ਪਰ ਪਾਤਸ਼ਾਹ ਜੀ ਕਹਿੰਦੇ ਜੇ ਸ਼ੁਭ ਅਮਲ ਨਹੀਂ ਹਨ ਤਾਂ ਤੇਰਾ ਜੀਵਨ ਬੇਕਾਰ ਹੈ। ਅਮਲ ਲਿਆਉਣ ਦੀ ਲੋੜ ਆ, ਜਾਣੀ ਕਿ ਗੁਣ ਆਪਣੇ ਜੀਵਨ ਚ ਪ੍ਰਾਪਤ ਕਰਨ ਦੀ ਲੋੜ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਮੱਕੇ ਤੋਂ ਵਾਪਸ ਪਰਤਦੇ ਨੇ। ਵਾਪਸ ਪਰਤਦੇ ਹੋਏ ਕਿੱਥੇ ਕਿੱਥੇ ਪੜਾ ਕਰਦੇ ਨੇ, ਇਹ ਆਉਣ ਵਾਲਾ ਕੱਲ ਦੱਸੇਗਾ। ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ। ਭੁੱਲਾਂ ਦੀ ਖਿਮਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ